बोले सोने हाल सास भी अकाल। सतनाम छड़ाए हम जैसे अपराधी। सन्मान योग माता मात गुजरी जी हजूर दे छोटे लखते जिगर साहिबजादा बाबा जोरावर सिंह जी, साहिबजादा बाबा फतेह सिंह जी, उन्हां दियां पवित्र देहां दे शरीरां दे संस्कार कीते गए। गुरुद्वारा ज्योति स्वरूप विखे धन श्री गुरु ग्रंथ साहिब जी दी पावन पवित्र हजूरी अंदर महान शहीद बाबा दीप सिंह जी दे नाम ते जो सोसाइटी है, उन्हां समूह गुरसिख वीरां वल्लों सतगुरु गुरु नानक साहब आदि गुरु जी और धन गुरु रामदास सोढ़ी पातशाह जी हजूर दे आगमन गुरपुरब नूं समर्पित ये विशेष गुरमत दीवान आयोजित किए गए ने। साध संगत जी, आप जी संध्या तो लैके हुण तक गुरमुख प्यारे कीर्तनियां तो विचारवान गुरसिखां तो गुरमत की व्याख्या करने वाले विद्वान सज्जना तो कीर्तन और विचार सरवण कर चुके हो। हुणे भाई साहब भाई गुरदेव सिंह जी गुरु रामदास जी दे हजूरी कीर्तनीए अमृत गुरबाणी कीर्तन सरवण करा के गए ने। सतगुरां जी दी ताबिया हजूरी विच सिंह साहब ज्ञानी जसविंदर सिंह जी जो लम्मा समा साहबजादियां दे अस्थान ते सेवा निभाई, गुरु रामदास दे दर ते सेवा निभाई, हजूर दी ताबिया सतगुरु दी असीस लै रहे ने। आओ निर्धारित समय विच रह के आपां सतगुरु दे अमृत बचनां दी विचार करांगे। प्रसाद संगत जी, आप असीस बख्शो। मैं हर थां ते कहना, क्योंकि गुरु घर दा इकट्ठ कोई आम इकट्ठ नहीं हुंदा। इस नूं मत समझो कि जिवें सैमीनार च जां किसी सभा विच लोग इकट्ठे हुंदे आ। जदों सतगुरु जी दी हजूरी विच इकट्ठ हुंदा है ते उस विच केवल नाम सिमरन इबादत बाणी दी गल चले ते उत्थे परमेश्वर जी आप विच वरतदे आ। इसे नूं सतगुरु ने कहा विच संगत हर प्रभ वसै जियो। इसे संगत नूं ही धन गुरु अर्जुन साहब दे रोज़ बचन पढ़ने हैं, जिस विच हजूर कहते ने कि जेड़ा सत संगत विच निमरता सहित, क्योंकि सत संगत विच आउण दा भी तरीका बाबा जी ने दसिया है। मैं फतेह बुलान तो पहला अर्ज करांगा, देखो एक पाठ असी करने हैं। सत संगत मिल रही है माधो जैसे मधप मखीरा। भगत रविदास साहब महाराज जी का बचन है जी, आसा राग दा। आप जी देखो शहद दी मक्खी बहुत सियाणी है,
ਇਹਨਾਂ ਮੱਖੀਆਂ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ। ਜਿਸ ਰਾਣੀ ਮੱਖੀ ਦੇ ਜਿਵੇਂ ਇੱਕ ਲੀਡਰ ਕੋਈ ਤੁਰਦਾ ਹੈ ਤੇ ਉਹਦੇ ਚਾਰ ਚਫੇਰੇ ਬਾਡੀਗਾਰਡ ਤੁਰਦੇ ਆ, ਰਾਣੀ ਮੱਖੀ ਜਿੱਧਰ ਵੀ ਜਾਏਗੀ ਹੋਰ ਮੱਖੀਆਂ ਉਹਦੇ ਨਾਲ ਉਹਦੀ ਹਿਫਾਜ਼ਤ ਲਈ ਉੱਡਦੀਆਂ। ਉਹਨਾਂ ਦੀ ਆਪਣੀ ਇੱਕ ਭਾਸ਼ਾ ਹੈ ਜੀ। ਉਹ ਮੱਖੀ ਜਦੋਂ ਉੱਡੇਗੀ, ਤੁਸੀਂ ਦੇਖੋਗੇ ਜਦੋਂ ਉੱਡ ਕੇ ਕਿਸੇ ਬਗੀਚੇ ਵਿੱਚ ਜਾਏਗੀ ਕੋਈ ਮੱਖੀ ਹੋਰ, ਉਸ ਬਗੀਚੇ ਤੋਂ ਮਕਰੰਦ ਚੂਸ ਕੇ ਫੁੱਲਾਂ ਤੋਂ ਵਾਪਸ ਛੱਤੇ ਤੇ ਆਉਂਦੀ ਹੈ ਤੇ ਜੋ ਉਹ ਆਵਾਜ਼ ਜਿਹੜੀ ਧੁਨੀ ਜਾਂ ਸਾਊਂਡ ਆਪਣੇ ਮੂੰਹ ਚੋਂ ਨਾਦ ਕੱਢਦੀ ਏ, ਉਸ ਵਿੱਚੋਂ ਇਸ਼ਾਰਾ ਕਰਦੀ ਤੇ ਖੰਭਾਂ ਦੇ ਫੜ ਫੜਾਉਣ ਨਾਲ ਉਹ ਦੱਸ ਦਿੰਦੀ ਕਿ ਇੰਨੀ ਕੁ ਦੂਰੀ ਤੇ ਤੁਸੀਂ ਉੱਡ ਕੇ ਜਾਓਗੀਆਂ, ਉੱਥੇ ਫੁੱਲਾਂ ਦਾ ਖਿੜਿਆ ਹੋਇਆ ਇੱਕ ਬਗੀਚਾ ਹੈ। ਇਹਨਾਂ ਦੀ ਭਾਸ਼ਾ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਸਾਡੇ ਬਹੁਤ ਵੱਡੇ ਭਾਸ਼ਾ ਵਿਗਿਆਨੀ ਹੋਏ ਨੇ ਯੂਨੀਵਰਸਿਟੀ 'ਚ, ਚਲਾਣਾ ਕਰਕੇ ਉਹਨਾਂ ਨੇ ਭਾਸ਼ਾ ਦੀ ਕਿਤਾਬ 'ਚ ਲਿਖਿਆ ਕਿ ਹਰ ਇੱਕ ਜੀਵ ਦੀ ਆਪਣੀ ਭਾਸ਼ਾ ਹੈ, ਪਰ ਇਨਸਾਨ ਇੱਕ ਐਸਾ ਹੈ ਜਿਹਦੀ ਬੋਲੀ ਤੇ ਜਿਹਦੀ ਭਾਸ਼ਾ ਨੂੰ ਘੜਿਆ ਜਾ ਸਕਦਾ, ਨਿਖਾਰਿਆ ਜਾ ਸਕਦਾ ਹੈ। ਇਹ ਦੂਜੀ ਭਾਸ਼ਾ ਵੀ ਸਿੱਖ ਲੈਂਦਾ ਹੈ, ਬਾਕੀ ਜਾਨਵਰ ਨਹੀਂ ਸਿੱਖ ਸਕਦੇ। ਉਹ ਉਹੀ ਬੋਲਣਗੇ ਜੋ ਕੁਝ ਸਦੀਆਂ ਤੋਂ ਬੋਲ ਰਹੇ। ਮੈਂ ਆਪ ਨੂੰ ਬੇਨਤੀ ਕਰਾਂ, ਉਹ ਸ਼ਹਿਦ ਦੀ ਮੱਖੀ ਬੈਠਦੀ ਹੈ, ਮਕਰੰਦ ਚੂਸਦੀ ਹੈ, ਵਾਪਸ ਆ ਜਾਂਦੀ ਛੱਤੇ ਤੇ। ਉਹ ਆਪਣੇ ਟਿਕਾਣੇ ਤੇ ਆ ਕੇ ਉਸ ਇਕੱਠੇ ਕੀਤੇ ਰਸ ਨੂੰ ਮਿਠਾਸ ਦਾ ਰੂਪ ਕੁਦਰਤੀ ਤੌਰ ਤੇ ਰੱਬ ਉਹਦੇ ਵੱਲੋਂ ਦਵਾਉਂਦਾ ਹੈ। ਕਦੀ ਦੇਖਿਓ ਬਾਹਰੋਂ ਕੋਈ ਹੱਥ ਲਾਏ ਤੇ ਮੱਖੀ ਡੰਗ ਮਾਰੇਗੀ, ਨਹੀਂ ਤੇ ਇੰਨੀਆਂ ਮੱਖਾਂ ਇੱਕ ਦੂਜੇ ਦੇ ਉੱਤੇ ਉਹ ਬੈਠੀਆਂ ਹੋਈਆਂ ਨੇ, ਇੱਕ ਮੱਖੀ ਦੂਜੀ ਮੱਖੀ ਨੂੰ ਕਦੀ ਡੰਗ ਨਹੀਂ ਮਾਰਦੀ। ਸਤਿਗੁਰੂ ਕਹਿੰਦਾ ਜਦੋਂ ਸੰਗਤ ਵੀ ਜਾਣਾ ਹੀ ਨਾ, ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਜਾਈ। ਜਿਵੇਂ ਉਹਨਾਂ ਦਾ ਆਪਸੀ ਇੰਨਾ ਪਿਆਰ ਹੈ, ਉਹ ਇੱਕ ਦੂਜੇ ਨੂੰ ਡੰਗ ਨਹੀਂ ਮਾਰਦੀਆਂ। ਸੰਗਤ ਵਿੱਚ ਬੈਠਾ ਹੋਇਆ ਤੇਰਾ ਵਿਰੋਧੀ ਹੋਵੇ, ਤੇਰਾ ਕੋਈ ਦੁਸ਼ਮਣ ਬਿਰਤੀ ਵਾਲਾ ਹੋਵੇ, ਕਦੀ ਵੀ ਆਪਣੇ ਮਨ ਵਿੱਚ ਸੰਗਤ ਬੈਠਿਆ ਕਿਸੇ ਦਾ ਮਾੜਾ ਸੋਚਣਾ ਹੀ ਨਹੀਂ। ਇਹ ਯਾਦ ਰੱਖਿਓ, ਮੱਧਮ ਮਖੀਰਾ ਹੈ। ਦੂਜੀ ਗੱਲ, ਜਿਹੜੀ ਸ਼ਹਿਦ ਦੀ ਮੱਖੀ ਹੈ ਉਹਦਾ ਆਪਣਾ ਘਰ ਹੈ, ਜਿਹਨੂੰ ਅਸੀਂ ਘਰੇਲੂ ਮੱਖੀ ਕਹਿੰਦੇ। ਇਹਦਾ ਕੋਈ ਵੀ ਘਰ ਨਹੀਂ ਹੁੰਦਾ। ਆਮ ਤੌਰ ਤੇ ਕਿਹਾ ਜਾਂਦਾ ਜੀ ਇਹ ਘਰੇਲੂ ਮੱਖੀ, ਜਿਹੜੀਆਂ ਮੱਖੀਆਂ ਭਿਣਕਦੀਆਂ ਨੇ ਅਸੀਂ ਇਹਨਾਂ ਨੂੰ ਕਹਿੰਦੇ ਘਰੇਲੂ ਨੇ। ਨਹੀਂ ਪਿਆਰਿਓ, ਘਰੇਲੂ ਤੇ ਹੁੰਦੀ ਜਾਂ ਕੋਈ ਟਿਕਾਣਾ ਹੋਵੇ, ਇਹਦਾ ਕੋਈ ਟਿਕਾਣਾ ਨਹੀਂ। ਗੰਦਗੀ ਦੇ ਢੇਰ ਤੇ ਵੀ ਬੈਠ ਜਾਏਗੀ, ਮਿੱਠੇ ਤੇ ਵੀ ਬੈਠ ਜਾਏਗੀ। ਕਿਸੇ ਪਸ਼ੂ ਨੂੰ ਜ਼ਖਮ ਹੋਵੇ ਉਹਦੇ ਗੰਦੇ ਖੂਨ ਤੇ ਵੀ ਬੈਠ ਜਾਏਗੀ, ਪਰ ਜੇ ਤੁਸੀਂ ਸੁਗੰਧੀ ਰੱਖੋਗੇ ਉੱਥੋਂ ਦੂਰ ਭੱਜ ਜਾਏਗੀ। ਬਾਬਾ ਜੀ ਨੇ ਕਿਹਾ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਜਿਹੜੀ ਹੈ ਉਹ ਚੰਦਨ ਨੂੰ ਛੱਡ ਦਿੰਦੀ ਹੈ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤੈਂ ਜਾਏ। ਜਿੱਥੇ ਬਦਬੋ ਹੈ ਉੱਥੇ ਜਾਏਗੀ। ਸ਼ਹਿਦ ਦੀ ਮੱਖੀ ਬਦਬੋ ਤੇ ਨਹੀਂ ਜਾਂਦੀ, ਉਹ ਸੁਗੰਧੀ ਤੇ ਜਾਂਦੀ ਹੈ। ਗੁਰੂ ਕਹਿੰਦਾ ਤੂੰ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਸੰਗਤ ਵਿੱਚ ਜਾਈ, ਜਿਵੇਂ ਉਹ ਗੁਣ ਇਕੱਠੇ ਕਰਦੀ ਹੈ ਫੁੱਲਾਂ ਦਾ ਰਸ। ਤੂੰ ਸੰਗਤ ਵਿੱਚ ਕੋਈ ਕੀਰਤਨ ਕਰੇ, ਕੋਈ ਕਥਾ ਕਰੇ, ਤੂੰ ਮੱਖੀ ਦੀ ਤਰ੍ਹਾਂ ਗੁਣ ਇਕੱਠੇ ਕਰ ਲਈ। ਅੰਮ੍ਰਿਤ ਵੇਲੇ ਉੱਠ ਕੇ ਜਪੀ, ਤੇਰੇ ਗੁਣ ਤੇਰੇ ਵਾਸਤੇ ਰਸ ਬਣ ਜਾ। ਇਸ ਨੂੰ ਮਹਾਰਾਜ ਨੇ ਕਿਹਾ ਸਤ ਸੰਗਤ ਵਿੱਚ ਆ। ਤੇ ਰੋਜ਼ ਅਸੀਂ ਇਹ ਬਚਨ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਆਓ ਸਾਧ ਸੰਗਤ, ਆਪ ਜੀ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਆਦਿ ਗੁਰੂ, ਜਗਤ ਗੁਰੂ, ਸਮਰੱਥ ਗੁਰੂ, ਸਭ ਤੋਂ ਵੱਡਾ ਗੁਰੂ, ਸਾਰੇ ਵਿਸ਼ੇਸ਼ਣ ਹਜ਼ੂਰ ਲਈ ਲਾਏ ਗਏ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ। ਦੂਸਰਾ, ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦਾ ਆਗਮਨ ਪੁਰਬ ਜੋ ਸਿੱਖ ਸੰਗਤਾਂ ਨੇ ਪਿਛਲੇ ਦਿਨੀ ਬਹੁਤ ਭਾਵਨਾ ਨਾਲ ਮਨਾਇਆ।
ਤੁਸੀਂ ਦੋਨੋਂ ਦਿਨ ਇਕੱਠੇ ਮਨਾ ਰਹੇ ਹੋ। ਮੈਂ ਲਫ਼ਜ਼ ਦੋ ਵਰਤੇ ਹੈ ਤਾਂ ਦਿਨ ਇੱਕੋ ਦਾ ਹੀ, ਗੁਰੂ ਨਾਨਕ ਸਾਹਿਬ ਦੀ ਜੋਤ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਤੇ ਸੱਚੇ ਪਾਤਸ਼ਾਹ ਦੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਨ। 1534 ਨੂੰ ਗੁਰੂ ਰਾਮਦਾਸ ਜੀ ਦਾ ਆਗਮਨ ਹੁੰਦਾ ਹੈ। ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਆਰਬਲ ਹੈ ਉਹ ਤਕਰੀਬਨ 65 ਸਾਲ ਦੀ ਹੋ ਚੁੱਕੀ ਹੈ। ਗੁਰੂ ਨਾਨਕ ਸਾਹਿਬ 65 ਸਾਲ ਦੇ ਨੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ। ਅਸੀਂ ਸਾਰੇ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਦਾ ਹੈ। ਉਹਨਾਂ ਨੇ ਕੁਝ ਸਮਾਂ ਸੁਲਤਾਨਪੁਰ ਬਤੀਤ ਕੀਤਾ ਹੈ। 3 ਥਾਵਾਂ ਇਸ ਧਰਤੀ ਤੇ ਖਾਸ ਕਰਕੇ ਜਿੱਥੇ ਲੰਬੇਰਾ ਸਮਾਂ ਬਤੀਤ ਕੀਤਾ, ਇੱਕ ਰਾਏ ਭੋਏ ਦੀ ਤਲਵੰਡੀ, ਦੂਸਰਾ ਸੁਲਤਾਨਪੁਰ ਸਾਹਿਬ ਤੇ ਤੀਸਰਾ ਹਜ਼ੂਰ ਨੇ ਅੰਤਲੇ 18 ਸਾਲ ਕਰਤਾਰਪੁਰ ਦੀ ਧਰਤੀ ਤੇ ਬਤੀਤ ਕੀਤੇ। ਮੈਨੂੰ ਇੰਜ ਕਹਾਂ ਕਿ ਬਚਪਨ ਤੋਂ ਲੈ ਕੇ ਜਵਾਨੀ ਦੀ ਅਵਸਥਾ ਤੱਕ ਪਹੁੰਚਦਿਆਂ ਹਜ਼ੂਰ ਰਾਏ ਭੋਏ ਦੀ ਤਲਵੰਡੀ ਰਹੇ, ਜਵਾਨੀ ਦਾ ਕੋਈ ਸਮਾਂ ਸੁਲਤਾਨਪੁਰ ਰਹੇ, ਜਿਸ ਨੂੰ ਲੋਕ ਬੁਢੇਪੇ ਦੇ ਦਿਨ ਕਹਿੰਦੇ ਆ। ਉਹ ਸਮਾਂ ਮੇਰਾ ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਦੀ ਧਰਤੀ ਤੇ ਹੱਥੀਂ ਕਿਰਤ ਕਰਦਿਆਂ, ਖੇਤੀ ਕਰਦਿਆਂ ਬਤੀਤ ਕੀਤਾ ਹੈ। ਉਸ ਤੋਂ ਇਲਾਵਾ ਸਾਡੇ ਇਤਿਹਾਸਕਾਰਾਂ ਨੇ ਇਹ ਸ਼ਬਦ ਕਿਹਾ, ਬਾਬਾ ਜੀ ਨੇ 4 ਉਦਾਸੀਆਂ ਧਾਰਨ ਕੀਤੀਆਂ। ਕੋਈ ਸੱਜਣਾ ਨੇ ਸ਼ਬਦ ਵਰਤੇ ਜੀ ਹਜ਼ੂਰ ਨੇ ਪ੍ਰਚਾਰਕ ਦੌਰੇ ਕੀਤੇ। ਜੇ ਅਸੀਂ ਬਾਹਰਮੁਖੀ ਹਿਸਟਰੀ ਇਤਿਹਾਸ ਨੂੰ ਦੇਖਾਂਗੇ, ਤਵਾਰੀਖ ਨੂੰ ਦੇਖਾਂਗੇ ਤੇ ਗੁਰੂ ਨਾਨਕ ਸਾਹਿਬ ਦੇ 4 ਉਦਾਸੀਆਂ ਬਣਦੀਆਂ ਨੇ ਤੇ ਜਿਹਦੇ ਵਿੱਚ ਹਰ ਥਾਂ ਨੂੰ ਵਿਦਵਾਨਾਂ ਨੇ ਜਨਮ ਸਾਖੀਆਂ ਨੇ 60 ਨਾ ਪਾਈਏ। ਜੇ ਜਨਮ ਸਾਖੀਆਂ ਨਾ ਹੁੰਦੀਆਂ ਤੇ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀਆਂ ਇਤਿਹਾਸ ਕਥਾਵਾਂ ਨਹੀਂ ਸਨ ਹੋਣੀਆਂ। ਇਤਿਹਾਸ ਕਥਾਵਾਂ ਈਵਨ ਕਿ ਭਾਈ ਸੰਤੋਖ ਸਿੰਘ ਦਾ ਗੁਰੂ ਨਾਨਕ ਪ੍ਰਕਾਸ਼, ਜੇ ਉਹ ਨਾ ਹੁੰਦਾ ਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ, ਕੱਲ ਵੀ ਬਹੁਤ ਸੱਜਣ ਪੰਥ ਦੇ ਸਿਆਣੇ ਬੰਦੇ ਸੱਜਣ ਘਰ ਆਏ, ਕਹਿੰਦੇ ਭਾਈ ਸਾਹਿਬ ਇਹ ਕੀ? ਮੈਂ ਕਿਹਾ ਗੱਲ ਇਹ ਆ ਵੀ ਸੰਤੋਖ ਸਿੰਘ ਜੀ ਦੀ ਜਿਹੜੀ ਰਚਨਾ ਹੈ ਉਹ ਧੁਰ ਕੀ ਬਾਣੀ ਨਹੀਂ, ਬੰਦਾ ਭੁੱਲਣਹਾਰ ਹੈ। ਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਬਕਾਇਦਾ ਲਿਖਿਆ, ਜਿਹੜੇ ਭਾਈ ਸਾਹਿਬ ਦੀ ਕਥਾ ਕਰਦੇ ਆ ਵੀ ਮੈਂ ਇੱਕ ਬੱਚੇ ਦੀ ਤਰ੍ਹਾਂ ਜਿਵੇਂ ਤੋਤਲੀ ਜ਼ਬਾਨ ਬੋਲਦਾ, ਮੈਂ ਲਿਖ ਚੱਲਿਆ ਪੰਥ ਨੂੰ ਹੱਕ ਕੇ ਜਿਹੜੀ ਗੱਲ ਤੁਹਾਨੂੰ ਗੁਰਮਤਿ ਅਨੁਸਾਰ ਨਹੀਂ ਲੱਗਦੀ ਉਹਨੂੰ ਕੱਟ ਕੇ ਤੁਸੀਂ ਕਵਿਤਾ ਰਚ ਲਿਆ ਜੇ। ਕੱਟ ਤੇ ਮੈਂ ਵੀ ਸਵੇਰੇ ਦਿਆਂਗਾ, ਪਰ ਕਵਿਤਾ ਏਡੀ ਵੱਡੀ ਕੌਣ ਰਚੇਗਾ? ਮੈਂ ਬੇਨਤੀ ਕਰਾਂ, ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ, ਤੁਹਾਡੇ ਇੱਥੇ ਗੁਰਮਤਿ ਮਾਰਤੰਡ ਹੋਣੇ ਨੇ ਦੁਕਾਨ ਤੇ, ਤੁਸੀਂ ਪੜ੍ਹ ਕੇ ਦੇਖਿਓ। ਅੱਧਿਓਂ ਜ਼ਿਆਦਾ ਜਦੋਂ ਕੋਈ ਪ੍ਰਕਰਨ ਲਿਖਦੇ ਨੇ ਉਹਦੇ ਵਿੱਚ ਕਵੀ ਸੰਤੋਖ ਸਿੰਘ ਨੂੰ ਕੋਟ ਕਰਦੇ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੀ ਬਬਾਣੀਆਂ, ਕਹਾਣੀਆਂ, ਇਤਿਹਾਸ ਦੇ ਜਿਹੜੇ ਹਵਾਲੇ ਦਿੱਤੇ ਉਹਨਾਂ, ਉਹਦੇ ਵਿੱਚ ਬਕਾਇਦਾ ਉਹਨਾਂ ਨੇ ਕਵੀ ਸੰਤੋਖ ਸਿੰਘ ਦੀ ਰਚਨਾ ਨੂੰ ਕੋਟ ਕੀਤਾ ਹੈ। ਅਸੀਂ ਮਿਸ਼ਨਰੀ ਕਾਲਜ ਪੜ੍ਹੇ ਹਾਂ, ਸੱਚ ਇਹ ਵੇ ਸਾਨੂੰ ਪਹਿਲੀ ਪੋਥੀ ਉੱਥੇ ਪੜ੍ਹਾਈ ਗਈ ਸੀ। ਨਾਲ ਦੱਸਿਆ ਗਿਆ ਵੀ ਆ ਭਾਈ ਵੀਰ ਸਿੰਘ ਉਹਨਾਂ ਨੇ ਉਹਨਾਂ ਨੂੰ ਬਹੁਤ ਕੋਟ ਕੀਤਾ। ਮੈਂ ਸਿਰਫ ਹੱਥ ਜੋੜ ਕੇ ਆਪਾਂ ਕਿਸੇ ਇਸ ਪਾਸੇ ਨਹੀਂ ਤੁਰਨਾ, ਕਿਉਂਕਿ ਜਿਸ ਬੰਦੇ ਨੂੰ ਕਵਿਤਾ ਦੀ ਸਮਝ ਨਹੀਂ, ਐਵੇਂ ਉਹ ਬੰਦੇ ਨੂੰ ਨਿੰਦਣ ਨਾ ਲੱਗ ਪਵੇ। ਮੈਂ ਮੰਨਦਾ ਉਹ 'ਚ ਬਹੁਤ ਸਾਰੀਆਂ ਘਾਟਾਂ ਨੇ। ਭਾਈ ਵੀਰ ਸਿੰਘ ਨੇ ਪੂਰੀ ਡਿਟੇਲ ਦਿੱਤੀ ਹੈ, ਇਹਨਾਂ ਨੂੰ ਤੇ ਪਤਾ ਹੀ ਥੋੜ੍ਹਾ ਜਿਹਾ ਹੈ ਵੀ ਆਹ ਵੀ ਗਲਤ, ਆਹ ਵੀ ਗਲਤ। ਉਹਨਾਂ ਪੂਰੀ ਡਿਟੇਲ ਦਿੱਤੀ ਹੈ ਵੀ ਆਹ ਚੀਜ਼ਾਂ ਜਿਹੜੀਆਂ ਨੇ, ਪਰ ਉਹਦੇ ਵਿੱਚ ਪੰਥ ਫੈਸਲਾ ਕਰੇ, ਪਰ ਏਡੇ ਵਿਦਵਾਨ ਨੂੰ ਅਪਮਾਨਿਤ ਨਾ ਕਰੋ। ਮੈਂ ਬੇਨਤੀ ਕਰਾਂਗਾ, ਜਿਹੜੀ ਅਰਜ਼ ਆਪ ਨੂੰ ਕਰ ਲੱਗਾ, ਉਹਨਾਂ ਨੇ ਹਜ਼ੂਰ ਦੀ ਇੱਕ ਇੱਕ ਥਾਂ ਦਾ ਵੇਰਵਾ ਦਿੱਤਾ। ਭਾਵਾਂ ਕਿ ਉਹਨਾਂ ਦਾ ਗੁਰੂ ਨਾਨਕ ਪ੍ਰਕਾਸ਼ ਜਿਹੜਾ ਹੈ ਉਹਦੀ ਜੜ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਤੇ ਸੂਰਜ ਪ੍ਰਕਾਸ਼ ਜਿਹੜਾ ਹੈ ਉਹ 500 ਸਾਖੀ ਤੇ ਲਿਖਿਆ ਹੈ। ਇੱਕ 100 ਸਾਖੀ ਸੀ, ਇੱਕ 500 ਸਾਖੀ ਸੀ, ਉਹਦੇ ਆਧਾਰ ਤੇ ਲਿਖਿਆ। ਮੈਂ ਸਿਰਫ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ, ਗੁਰੂ ਨਾਨਕ ਸਾਹਿਬ ਸੁਲਤਾਨਪੁਰ ਰਾਏ ਭੋਏ ਦੀ ਤਲਵੰਡੀ ਹਜ਼ੂਰ ਦਾ ਆਗਮਨ ਹੋਇਆ। ਮੈਂ ਇਤਿਹਾਸ ਦੀ ਬਜਾਏ
दोनों पातशाहियों के कोई शब्द लैके तुहाडे नाल सांझ पानी है, पर थोड़ा जिहा इतिहास जिहड़ा ननकाना साहिब है, चलो मैं भी ननकाना साहिब कहना, दरअसल इस नगर का नाम पहला राय भोए की तलवंडी है। दास पिछले साल च 2 वारी जाया ननकाना साहिब, तो मेरी इच्छा सी मैं पिंड विच घूम के भी, तो आप सब नूं इत्थे पता है जिहड़े नहीं गए कि ननकाना साहिब जी दे नेड़े जिन्ने पिंड ने 750 मुरब्बा जमीन गुरु नानक साहिब दे नां ते बोलदी है। 750 मुरब्बा है, तकरीबन 17-18 हज़ार एकड़ बनती। उस जमीन दे उत्ते किसी बंदे की रजिस्ट्री नहीं हो सकती अज तक। उत्थे घर भी कोई खरीदेगा ना, जमीन ते ओदे नाम ते रजिस्ट्री नहीं होगी, सिर्फ इस्टाम बनता है। वो सारी दी सारी जमीन 750 मुरब्बा जमीन गुरु नानक साहिब दे नाम ते 750 मुरब्बा भट्टियां दे कोल जिहड़ी राय बुलार दी अगों औलाद विचों ने, भावां के वांदे उही लोक ने, थोड़े बहुते कोई देंदे आ माया, पर अज तिकरां कागज़ां विचों बोलदी। ये 750 मुरब्बा राय बुलार ने हजूर नूं भेंट कीता सी। उस बंदे दी शरधा वेखो, मैं इक्को गल कह के कि पिंड दा नाम है राय भोए दी तलवंडी, पर दरअसल हुण असीं ननकाना साहिब कहने आ, असल च ये नाम जो है ये है ननकायणा। हाँ, ननकायण तो बनया है। ये 2 शब्द ने, नानक आयण, आयण दा अर्थ है घर। चलो हुण सीधा पंजाबी च असीं ननकाना कहन लग पे हाँ, ननकाना कहंदे आ। ननकायण आयण दा अर्थ है घर। ਇਹਦਾ अर्थ है कि ये मेरा घर नहीं, ये गुरु नानक साहिब का घर है। ये राय भोए की तलवंडी नहीं, हाले उसके बाप का नाम है राय भोए, राय बुलार दे पिता का नाम है। तो देखो उत्थे जिहड़े हजूर दे अस्थान ने ननकाना साहिब, सच एवे प्यारिओ, जदों उस धरती जाके मत्था टेकदा ना सिख, जो मैं महसूस किया, तुहानूं प्रतीत ही नहीं हुंदा तुसीं इस पंजाब चों आए हो, तुहानूं इंज लगदा असीं ननकाने दीआं गलियां विच ही खेड के पले होए आ। उत्थों दी मिट्टी इहो जी ननकाना साहिब जी दी। धन गुरु नानक साहिब महाराज, उन्हां दे प्रति मैं सिर्फ इक्को बेनती, कल नूं वैसे 22 तरीक कल तो लैके 30 तक रोज़ाना 8 तो लैके ते 9:15 9:30 तक दास कथा करेगा। गुरु नानक की वडियाई PTC सिमरन नूं लाइव भी करेगा। आपां हजूर दियां सिफतां ही करनियां ने। मैं पहली मेरी इच्छा सी सब तो पहला, कल वैसे मैं डिटेल नाल अर्ज करांगा, सिख दी आस्था गुरु नानक साहिब दे प्रति की होवे। सब तो पहला कल नूं मेरे मन सी कि सिख दे अंदर गुरु नानक साहिब दा रुतबा की है। चलो कोई असीं कह दांगे सिखां दे पहले गुरु, ते कई सज्जन पढ़े लिखे वर्ग, चंगी गल है पढ़े लिखे, पर प्यारिओ शरधा मर जाए तो पढ़ाई किसी काम नहीं होंदी। जे शरधा नहीं ना, तो गुरु साहिब ने उन्होंने ज्ञान नहीं किया, उन्होंने झक मारना क्या है। नानक लेख है एक गल, होर होमै चखना झाक। जे नाम प्रति आस्था नहीं, कबीर साहिब कहंदा वो पढ़ाई इस तरह जिमें खोते दे उत्ते कोई चंदन लद दे, ते खोते नूं कहे भी तेरी पिठ किन्नी कीमती, तेरे उत्ते हज़ारां रुपइयां दा चंदन लदे है। खोता कहेगा वो बंदिया मेरे वास्ते भार है, भावें चंदन ला दे ते भावें पत्थर ला दे। जे शरधा नहीं तो ज्ञान एक खोते ते लद्या भार है। महाराज ने कहा पंडिया कवन कमा तुम लागे, बूढ़ोगे परिवार सकल स्यों राम न जपो अभागे। अगले बच्चे ने वेद पुराण पढ़े का क्या गुण, इत्थे गुण दा अर्थ लाभ करांगे। उंज बाणी विच गुण दा अर्थ दैवी गुण भी आया है, ते बाणी दे विच गुण दा अर्थ परोपकार भी आया है। रमैया के गुण चेत पुराने। महाराज कहते वेद पुराण पढ़े का क्या गुण, खर चंदन जस भारा, राम नाम की गत नहीं जानी कैसे उतर सिपारा। हुण देखो इत्थे वेद पुराण पढ़े का क्या गुण, की फायदा की लाभ, जे तेरे अंदर आस्था सिमरन ही नहीं पैदा होया। ये इस तरह जिमें गधे दे उत्ते किसी ने अगर चंदन ला दिता हो। मैं सिर्फ आपनूं अज
ਦੋ ਗੱਲਾਂ ਵਿੱਚੋਂ ਸਭ ਤੋਂ ਪਹਿਲੀ ਗੱਲ ਇਹ ਵੇ ਕਿ ਗੁਰਸਿੱਖੋ, ਸਾਡੇ ਮਨ ਵਿੱਚ ਗੁਰੂ ਨਾਨਕ ਸਾਹਿਬ ਦਾ ਰੁਤਬਾ ਕੀ ਹੋਣਾ ਚਾਹੀਦਾ ਹੈ। ਉਂਝ ਜੇ ਪਾਠ ਕਰੋਗੇ ਨਾ, ਬਾਬਾ ਜੀ ਨੂੰ ਪੁੱਛੋਗੇ, ਉਹ ਤੇ ਇੰਨੀ ਨਿਮਰਤਾ 'ਚ ਚਲੇ ਜਾਂਦੇ ਆ, ਅਸੀਂ ਕਥਾ ਕਰਦੇ ਹਾਂ ਜ਼ਬਾਨ ਕੰਬਦੀ ਵੀ ਅਸੀਂ ਕਿਵੇਂ ਇਹਦੇ ਅਰਥ ਕਰੀਏ। ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਵਾਹਿਗੁਰੂ ਜੀ ਕੋਈ ਕਹਿ ਸਕਦਾ ਬਾਬਾ ਜੀ ਦੀ, ਅਸੀਂ ਉੱਤਮ ਪੁਰਖ 'ਚ ਕਹਿ ਦਿਆਂਗੇ ਕਿ ਬਾਬਾ ਜੀ ਆਪਣੇ ਆਪ ਨੂੰ ਕਹਿੰਦੇ ਆ, ਪਰ ਸੱਚੀ ਇਹ ਪਾਠ ਮੈਂ ਵੀ ਕਰਨਾ, ਆਪ ਜੀ ਵੀ ਕਰਦੇ ਹੋ, ਪਰ ਜਦੋਂ ਬਾਬਾ ਜੀ ਕਹਿੰਦੇ ਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਅੰਦਰ ਕੰਬਦਾ ਬਾਬਾ ਜੀ ਤੁਸੀਂ ਤਾਂ ਮਲਕ ਭਾਗੋ ਦੇ ਘਰ ਫੇਰਾ ਵੀ ਨਹੀਂ ਪਾਇਆ ਜਿਹੜਾ ਹਰਾਮ ਦਾ ਮਾਲ ਖਾਂਦਾ ਸੀ। ਪਰ ਇੰਨੀ ਨਿਰਮਾਣਤਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਖਾਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਜਦੋਂ ਰਹਿ ਰਾਸ ਵਿੱਚ ਪੜ੍ਹਦਿਆਂ ਨਾ ਹੋ ਜਤੀ ਸਤੀ ਨਹੀਂ ਪੜਿਆ, ਤਿਤ ਸਰਵੜੈ ਪਹਿਲੇ ਨਿਵਾਸਾ ਵਾਲਾ ਸ਼ਬਦ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂ ਨਾਹੀ ਵਿਸਰਿਆ। ਏਡੀ ਨਿਰਮਾਣਤਾ ਜੇ ਸ਼ਬਦ ਗੁਰੂ ਜੀ ਨੇ ਵਰਤੇ। ਜਦੋਂ ਉਹਨਾਂ ਨੂੰ ਉਸ ਵਕਤ ਦੇ ਸਮਾਜ ਨੇ ਰੁਤਬਾ ਦਿੱਤਾ ਜੀ, ਭਾਵਨਾ ਵਾਲੀਆਂ ਅੱਖਾਂ ਨੇ ਦਿੱਤਾ, ਜਿਨ੍ਹਾਂ ਨੂੰ ਸਮਝ ਕੋਈ ਨਹੀਂ ਸੀ, ਬੇਸਮਝਿਆਂ ਨੇ ਕੁਰਾਈਆ ਵੀ ਕਿਹਾ ਹੈ। ਕਿਉਂਕਿ ਸਮਝ ਤੋਂ ਬਿਨਾ ਕੀਮਤੀ ਲਾਲ ਵੀ ਲੋਕਾਂ ਨੂੰ ਚਮਕਦਾ ਕੱਚ ਹੀ ਲੱਗਦਾ ਹੁੰਦਾ ਹੈ, ਸਮਝ ਹੋਵੇ ਤੇ ਉਹਦੀ ਕੀਮਤ ਹੈ। ਇਹੀ ਕਾਰਨ ਮੰਜੀ ਸਾਹਿਬ ਇਹ ਕਰਜ਼ ਕੀਤੀ, ਭਾਈ ਮਰਦਾਨਾ ਜੀ ਨੇ ਕਿਹਾ ਸੀ, ਸਤਿਗੁਰੂ ਇਹ ਗੱਲ ਦੀ ਸਮਝ ਨਹੀਂ ਪੈਂਦੀ, ਕਿਤੇ ਤੁਸੀਂ ਜਾਂਦੇ ਹੋ ਤੇ ਸੰਗਤ ਇੰਨਾ ਮਾਣ ਸਨਮਾਨ ਸਤਿਕਾਰ, ਆਪ ਜੀ ਨੂੰ ਉੱਥੋਂ ਤੁਰ ਨਹੀਂ ਦਿੰਦੇ, ਕਿਤੇ ਜਾਂਦੇ ਹੋ ਵੱਟੇ ਮਾਰਦੇ ਆ, ਕਿਤੇ ਕੁਰਾਈਆ ਕਹਿੰਦੇ ਆ, ਕਿਤੇ ਤੁਹਾਨੂੰ ਡਾਕੂ ਵੱਢਣ ਨੂੰ ਪੈਂਦੇ ਆ, ਕਿਤੇ ਤੁਹਾਨੂੰ ਭੈੜੇ ਤੋਂ ਭੈੜੇ ਸ਼ਬਦ ਵਰਦੇ ਆ। ਮਹਾਰਾਜ ਹੱਸ ਪੈ ਕਹਿਣ ਲੱਗੇ, ਇਹ ਵੀ ਕਰਤਾਰ ਦੀ ਖੇਡ। ਕਹਿੰਦਾ ਮੇਰੇ ਸਮਝ ਨਹੀਂ ਪੈ ਰਹੀ। ਤੇ ਜਦੋਂ ਮਹਾਰਾਜ ਪਾਟਲੀ ਪੁੱਤਰ ਪਟਨਾ ਸਾਹਿਬ ਗਏ, ਆਪ ਸਭ ਨੂੰ ਪਤਾ ਸਤਿਗੁਰਾਂ ਨੇ ਕੀਮਤੀ ਲਾਲ ਦਿੱਤਾ। ਮਰਦਾਨਾ ਜੀ ਬਾਜ਼ਾਰ ਵਿੱਚ ਗਏ ਤੇ ਸਾਰੇ ਬੰਦਿਆਂ ਨੇ, ਜ਼ਿਆਦਾ ਇਸ ਡਿਟੇਲ ਜਾਣ ਦੀ ਲੋੜ ਨਹੀਂ, ਆਪ ਸਭ ਨੂੰ ਪਤਾ ਹੈ ਲਾਲ ਇੱਕੋ ਸੀ। ਕਿਸੇ ਨੇ ਉਹਦਾ ਕੀਮਤ ਮਠਿਆਈ ਪਾਈ, ਕਿਸੇ ਨੇ ਸਬਜ਼ੀ ਭਾਜੀ ਪਾਈ, ਕਿਸੇ ਨੇ ਫਾਲਕੂ ਪਾ ਦਿੱਤਾ, ਕਿਸੇ ਨੇ 2 ਗਜ ਕੱਪੜਾ ਪਾ ਦਿੱਤਾ। ਤੇ ਜਦੋਂ ਅਸਲੀ ਪਹਿਚਾਣ ਵਾਲਾ ਆਇਆ, ਸਮਝਣ ਵਾਲਾ, ਉਹਨੇ ਗੱਦੀ ਤੋਂ ਉੱਠ ਕੇ ਹੱਥ ਜੋੜ ਕੇ ਕਿਹਾ, ਮੇਰੀ ਹਵੇਲੀ ਘਰ ਵੀ ਵਿਕ ਜਾਏ ਤੇ ਇਹਦੀ ਕੀਮਤ ਨਹੀਂ ਪੈ ਸਕਦੀ। ਇਹ ਬੇਸ਼ਕੀਮਤੀ ਹੈ, ਬੜਾ ਕੀਮਤੀ ਹੈ। ਤੇ ਨਾਲ ਇਹਦੇ ਵੇਖਣ ਦੇ 100 ਰੁਪਈਆ, 100 ਰੁਪਈਆ ਤੁਸੀਂ ਦੇਖੋ ਕਿੰਨੀ ਅਹਿਮੀਅਤ ਰੱਖੇਗਾ। ਇਸਤਰੀ ਇਹ ਕਹਿੰਦੀ ਕਿ 100 ਰਜਤਪਣ ਕਹਿ ਲੋ, 100 ਰੁਪਈਆ ਮੈਂ ਸ਼ਬਦ ਵਰਤਾਂ, ਇੰਨਾ ਸਿਰਫ ਵੇਖਣ ਦਾ। ਤੇ ਯਾਦ ਰੱਖਿਓ, ਜਿਨ੍ਹਾਂ ਲੋਕਾਂ ਦੀਆਂ ਨੀਅਤਾਂ ਸਾਫ਼ ਹੋਣ, ਭਾਗ ਵੀ ਉਹਨਾਂ ਨੂੰ ਲੱਗਦੇ ਆ ਰੂਹਾਨੀਅਤ ਦੇ। ਮੈਨੂੰ ਬਖਸ਼ ਦਿਆ ਜੇ, ਆ ਬਾਹਰ ਤਾਂ ਮਾੜੀ ਨੀਅਤ ਵਾਲੇ ਸਭ ਕੁਝ ਜੇਬਾਂ ਜੂਬਾਂ ਕੱਟ ਕੇ ਲੈ ਜਾਂਦੇ। ਨੀਅਤ ਰਾਸ ਸੀ ਉਸ ਬੰਦੇ ਦੀ, ਜੋ ਚਾਹੁੰਦਾ ਤੇ ਉਹ ਕਹਿ ਦਿੰਦਾ, ਛੱਡੋ ਜੀ ਇਹ ਤਾਂ ਕੱਚ, ਮੈਂ ਕੀ ਕਰਨਾ, ਇਹ ਤਾਂ ਨਿਕੰਮਾ ਹੈ। ਉਹਨੇ ਇੰਨਾ ਇਮਾਨਦਾਰ, ਉਹਨੇ ਕਿਹਾ ਨਹੀਂ ਇਹਦੀ ਕੀਮਤ ਕੋਈ ਨਹੀਂ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗਿਆ, ਕਹਿੰਦਾ ਮੇਰੇ ਘਰ ਰੁਕੋ। ਹਜ਼ੂਰ ਹੱਸ ਕੇ ਕਹਿੰਦੇ, ਸਾਲ ਸਰਾਏ 10ਵੇਂ ਜਾਮੇ 'ਚ ਕਈ ਸਾਲ ਤੇਰੇ ਘਰ ਰੁਕਾਂਗੇ। ਆਪ ਨੂੰ ਪਤਾ ਵੀ ਹਜ਼ੂਰ ਦਾ ਆਗਮਨ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ, ਜਿਹੜਾ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਹੈ, ਇਹ ਸਾਲ ਸਰਾਏ ਦਾ ਘਰ ਹੈ। ਇੱਥੇ ਮਹਾਰਾਜ ਜੀ ਦਾ ਆਗਮਨ ਹੋਇਆ। ਹੁਣ ਜਦੋਂ ਉੱਥੇ ਮਰਦਾਨਾ ਆਇਆ, ਉਹਨੇ ਕਿਹਾ ਮਹਾਰਾਜ ਲਾਲ ਇੱਕੋ ਵੇ, ਕਿਸੇ ਨੇ ਕੀਮਤ ਪਾਈ, ਕਿਸੇ ਨੇ ਕੁਛ ਕਿਹਾ। ਹਜ਼ੂਰ ਕਹਿੰਦੇ ਨੇ ਬਸ ਤੇਰੇ ਸਵਾਲ ਦਾ ਉੱਤਰ ਹੈ, ਤੂੰ ਕਹਿੰਦਾ ਸੈਂ ਕੋਈ ਕੁਰਾਈਆ ਕਹਿੰਦਾ, ਕੋਈ ਵੱਟੇ ਮਾਰਦਾ, ਕੋਈ ਅਪਮਾਨਜਨਕ ਸ਼ਬਦੀ ਵਰਤਦਾ। ਦੇਖੋ ਮਰਦਾਨਿਆਂ, ਲਾਲ ਇੱਕੋ ਹੀ ਆ। ਲੋਕਾਂ ਨੇ ਕਦਰ ਨਹੀਂ ਜਾਣੀ ਕਿਉਂਕਿ ਉਹਨਾਂ ਨੂੰ ਇਹਦੀ ਕੀਮਤ ਦਾ ਪਤਾ ਨਹੀਂ। ਕਹਿੰਦੇ ਇਸ ਤਰ੍ਹਾਂ ਦੁਨੀਆ ਵਿੱਚ ਪਰਮਾਤਮਾ ਦੇ ਭਗਤ ਨੇ, ਜਿਹਨੂੰ ਸਮਝ ਪੈ ਗਈ ਉਹਦੀ ਨਜ਼ਰ 'ਚ ਕੀਮਤ ਹੈ, ਤੇ ਜਿਹਨੂੰ ਨਹੀਂ ਸਮਝ ਪਈ ਉਹਨਾਂ ਨੇ ਬਾਬਾ ਜੀ ਦੀ ਸ਼ਬਦ ਵਰਤੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਮੈਂ ਸਿਰਫ ਥੋੜੀ ਜਿਹੀ ਬੇਨਤੀ, ਕੋਈ ਭੂਤਨਾ ਕਹਿੰਦਾ, ਕੋਈ ਬੇਤਾਲ ਕਹਿੰਦਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਮਹਾਰਾਜ ਕਹੇ ਮੈਨੂੰ ਕਹਿ ਰਹੇ ਨੇ
ਭੂਤ ਕਹਿ ਰਹੇ ਨੇ, ਬੇਤਾਲ ਕਹਿ ਰਹੇ ਨੇ। ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਕਹਿੰਦੇ ਮੈਂ ਤਾਂ ਸ਼ਾਹ ਦਾ ਦੀਵਾਨਾ ਹਾਂ, ਉਹਦੇ ਪ੍ਰੇਮ ਦੇ ਵਿੱਚ ਬੌਰਾ ਹੋ ਗਿਆ। ਮੈਂ ਆਪ ਨੂੰ ਬੇਨਤੀ ਕਰਾਂ, ਆਪ ਪਾਠ ਕਰ ਦਿਓ। ਗੁਰੂ ਨਾਨਕ ਸਾਹਿਬ ਦੀ ਬਾਣੀ 19 ਰਾਗਾਂ ਵਿੱਚ ਹੈ। ਸ਼ਲੋਕ 12 ਤੇ ਵਧੇਕ ਰਾਗਾਂ ਤੋਂ ਬਿਨਾ ਨੇ। ਜਪਜੀ ਸਾਹਿਬ ਦੀ ਬਾਣੀ ਜਿਹੜੀ ਉਹ ਰਾਗ ਮੁਕਤ, ਇਸ ਉੱਪਰ ਕੋਈ ਬੰਦਿਸ਼ ਨਹੀਂ। 19 ਰਾਗ। ਹੁਣ ਜੇ ਕਿਸੇ ਮੰਨ ਲਓ ਇਕੱਲੇ ਇਹਨੂੰ ਬਾਣੀ ਦਾ ਵਿਤਕਰਾ ਨਹੀਂ ਸਮਝਣਾ, ਕਿਸੇ ਦੇ ਚਿੱਤ 'ਚ ਆਉਂਦਾ ਹੋਵੇ ਨਾ, ਮੈਂ ਗੁਰੂ ਨਾਨਕ ਦੀ ਸਾਰੀ ਬਾਣੀ ਦੇ ਅਰਥਾਂ ਸਮੇਤ ਦਰਸ਼ਨ ਕਰਨੇ ਨੇ। ਪਟਿਆਲਾ ਯੂਨੀਵਰਸਿਟੀ ਨੇ 2 ਪੋਥੀਆਂ ਛਾਪੀਆਂ ਨੇ ਅਰਥਾਂ ਸਮੇਤ। ਤੁਸੀਂ ਬਾਬਾ ਜੀ ਦੀ ਬਾਣੀ ਪੜ੍ਹੋਗੇ, ਉਹਨਾਂ ਦੀ ਨਿਰਮਾਣਤਾ ਕਦੀ ਤੁਸੀਂ ਦੇਖੋ। ਹਜ਼ੂਰ ਨੇ ਕਿਤੇ ਆਪਣੇ ਸੰਤ ਭਗਤ ਸ਼ਬਦ ਕੋਈ ਵਰਤੀ ਨਹੀਂ, ਨਿਮਰਤਾ 'ਚ। ਮੈਂ ਤਾਂ ਇੱਕ ਦਿਨ ਇਹ ਵੀ ਅਰਜ਼ ਕੀਤੀ, ਟੀਵੀ ਤੇ ਸੁਣਿਆ ਉਹਨੇ ਆਪਨੇ, ਜਦੋਂ ਜਪਜੀ ਸਾਹਿਬ ਦੀਆਂ ਮਹਾਰਾਜ ਦੀਆਂ ਪੌੜੀਆਂ ਪੜ੍ਹਨੇ, ਜਪਜੀ ਸਾਹਿਬ ਦੀ ਕਥਾ ਚੱਲਦੀ ਰਹੀ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ। ਇੱਥੇ ਸਤੀ ਦਾ ਅਰਥ ਦਾਨੀ ਹੈ, ਇੱਥੇ ਸਤੀ ਦਾ ਅਰਥ ਸਰਨ ਵਾਲੀ ਔਰਤ ਨੇ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਾਖਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਾਠ ਆਪਨੇ ਮੇਰੇ ਨਾਲ ਕੀਤਾ। ਇਸ ਪੌੜੀ 'ਚ ਸਾਰੇ ਜਿਹੜੇ ਨੇ ਧਰਮਾਂ ਦੀਆਂ ਜਿੰਨੀਆਂ ਪद्धਤੀਆਂ ਨੇ, ਤਰੀਕੇ ਨੇ, ਸਾਰਿਆਂ ਦਾ ਜ਼ਿਕਰ ਕਰ ਦਿੱਤਾ ਹੈ। ਇਹ ਗੱਲ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਕਿਸੇ ਦੇ ਧਰਮ ਨੂੰ ਮਿਟਾਉਣ ਨਹੀਂ ਆਏ। ਗੁਰੂ ਨਾਨਕ ਸਾਹਿਬ ਧਰਮ ਦੇ ਨਾਂ ਤੇ ਸੁੱਤਿਆਂ ਹੋਇਆਂ ਨੂੰ ਜਗਾਉਣ ਵਾਸਤੇ ਆਏ। ਉਹਨਾਂ ਨੇ ਥੋੜਾ ਕਿਹਾ ਵੀ ਇਹ ਧਰਮ ਮਿਟ ਜਾਏ। ਜਿੰਨੇ ਧਰਮ ਦੇ ਰਸਤੇ ਖੁੱਲੇ ਹੋਣਗੇ, ਉਹਨੇ ਲੋਕਾਂ ਦੇ ਸੁਧਾਰ ਦਾ ਬਹੁਤ ਦਰਵਾਜ਼ਾ ਖੁੱਲਿਆ ਰਹੇਗਾ। ਇੱਥੇ ਗੁਰੂ ਨੇ ਅਸੰਖ ਜਪਾਂ ਦਾ, ਅਸੰਖ ਪੌਜ, ਸਾਰੇ ਧਰਮ ਨਾਲ ਜਿੰਨੀਆਂ ਸਾਧਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ। ਪਰ ਗੁਰਮੁਖੋ, ਤੁਸੀਂ ਮੇਰੇ ਨਾਲ ਪੌੜੀ ਪੜ੍ਹੀ, ਬੜੀ ਵਾਰੀ ਸੁਣੀ ਹੋਣੀ ਤੁਸੀਂ, ਪਰ ਗੁਰਦੇਵ ਨੇ ਇਸ ਪੌੜੀ ਵਿੱਚ ਆਪਣਾ ਨਾਮ ਨਹੀਂ ਵਰਤਿਆ, ਨਾਨਕ ਪਦ ਨਹੀਂ ਆਇਆ। ਅਖੀਰਲੀਆਂ ਤੁਕਾਂ ਨੇ ਅਸੰਖ ਮੋਨ ਲਿਵ ਲਾਏ ਧਾਰ, ਕੁਦਰਤ। ਇੱਥੇ ਕੁਦਰਤ ਦਾ ਅਰਥ ਉਹ ਕੁਦਰਤ ਨਹੀਂ ਜਿਹੜਾ ਬਲਿਹਾਰੀ ਕੁਦਰਤ ਵਸਿਆ, ਉਹ ਕੁਦਰਤ ਪ੍ਰਕਿਰਤੀ ਕਾਇਨਾਤ। ਇੱਥੇ ਕੁਦਰਤ ਦਾ ਅਰਥ ਹੈ ਤਾਕਤ। ਮੇਰੇ 'ਚ ਕੀ ਤਾਕਤ? ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਵਿੱਚ ਹਜ਼ੂਰ ਨੇ ਆਪਣਾ ਨਾਮ ਤੱਕ ਨਹੀਂ ਵਰਤਿਆ, ਨਾਨਕ ਪਦ ਨਹੀਂ ਵਰਤਿਆ। ਇਸ ਤੋਂ ਅਗਲੀ ਪੌੜੀ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ। ਅੱਗੇ ਬਾਬਾ ਜੀ ਕਹਿੰਦੇ ਨਾਨਕ ਨੀਚ ਕਹੈ ਵਿਚਾਰ। ਇੱਥੇ ਨਾਨਕ ਪਦ ਹੈ। ਮੈਨੂੰ ਪਤਾ ਹੈ ਕਿ ਸੰਪਰਦਾਇ ਗੁਰਮੁਖ ਪਿਆਰੇ ਨੀਚ ਦੇ ਅਰਥ ਉਹਨਾਂ ਦੀ ਸੂਚੀ ਦੇ ਰਹੇ ਵੀ ਜਿਨ੍ਹਾਂ ਦਾ ਜ਼ਿਕਰ ਉੱਤੇ ਕੀਤਾ, ਨੀਚ ਕਰਮ ਵਾਲੇ। ਪਰ ਨੀਚ ਦੇ ਚੱਚੇ ਨੂੰ ਔਂਕੜ ਲੱਗੀ ਹੋਈ ਹੈ। ਇਹਦਾ ਮਤਲਬ ਹਜ਼ੂਰ ਨੇ ਆਪਣੇ ਲਈ ਇੰਨੀ ਨਿਮਰਤਾ ਦਾ ਸ਼ਬਦ ਵਰਤਿਆ। ਜਦੋਂ ਜਪ ਕਰਨਾ, ਮੈਂ ਨਾ ਮਨਾ, ਅਸੀਂ ਜਦੋਂ ਵੀ ਗਿਣਤੀ ਕਰਨੇ ਆਪਣੀ ਧਰਮੀਆਂ 'ਚ ਕਰਨੇ, ਮੇਰੇ ਤੋਂ ਵੱਡ ਜਪੀ ਕੋਈ ਨਹੀਂ, ਮੇਰੇ ਤੋਂ ਵੱਡ ਤਪੀ ਕੋਈ ਨਹੀਂ, ਮੇਰੇ ਜਿੰਨੀ ਸੇਵਾ ਕੋਈ ਨਹੀਂ, ਮੇਰੇ ਜਿੰਨਾ ਦਾਨ ਕੋਈ ਨਹੀਂ, ਮੇਰੇ ਜਿੰਨਾ ਬੁਲਾਰਾ ਕੋਈ ਨਹੀਂ। ਉਹ ਗੁਰੂ ਸਾਹਿਬ ਉਹਦੇ ਵਿੱਚ ਆਪਣਾ ਜ਼ਿਕਰ ਹੀ ਨਹੀਂ ਕਰਦੇ। ਜਿੱਥੇ ਸ਼ੁਭ ਗੁਣਾਂ ਦੀ ਸੂਚੀ ਆਈ, ਜਿੱਥੇ ਔਗਣਾਂ ਦੇ ਭੰਡਾਰੇ ਆ ਗਏ, ਕਹਿ ਲੱਗੇ ਨਾਨਕ ਨੀਚ ਕਹੇ ਵਿਚਾਰ। ਮੇਰੀ ਬੇਨਤੀ ਪਿਆਰਿਓ, ਹਜ਼ੂਰ ਦੀ ਨਿਰਮਾਣਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੁਰਤ ਨਾਲ ਬਹੁਤ ਕੁਝ ਦੇਖਿਆ। ਵੈਸੇ ਤੇ ਗੁਰੂ ਦੀ ਸੁਰਤ ਦਾ ਕਿੰਨੇ ਅੰਤ ਪਾਣਾ ਜੀ, ਪਰ ਮੈਂ ਬੇਨਤੀ ਕਰਾਂ, ਇੱਕ ਹੈ ਧਰਾਤਲ ਦੇ ਤੌਰ ਤੇ, ਭੂਗੋਲਿਕ ਤੌਰ ਤੇ ਗੁਰੂ ਦੀ ਵਿਆਖਿਆ, ਇੱਕ ਹੈ ਰੂਹਾਨੀਅਤ ਦੇ ਤੌਰ ਤੇ। ਭੂਗੋਲਿਕ ਤੌਰ ਤੇ ਅਰਥ ਕਰਾਂਗੇ, ਜੀਓਗ੍ਰਾਫੀ ਦੇ ਤੌਰ ਤੇ, ਜ਼ਮੀਨ ਦੇ ਤੌਰ ਤੇ ਸਾਡੇ ਕੋਲ ਮੈਪ ਨੇ, ਨਕਸ਼ੇ ਨੇ,
ਕਿ ਗੁਰੂ ਜੀ ਇੰਨੇ ਕਦਮ ਇੰਨੇ ਮੀਲ ਰੋਜ਼ ਤੁਰਦੇ ਸਨ, ਇੱਥੋਂ ਇੱਥੇ ਗਏ, ਇੱਥੋਂ ਇੱਥੇ ਗਏ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਾਂਗੇ ਜਾਂ ਅਸੀਂ ਭਾਈ ਗੁਰਦਾਸ ਨੂੰ ਪੜਾਂਗੇ, ਉੱਤੇ ਸਾਡੇ ਨਕਸ਼ੇ ਇਹ ਬਿਲਕੁਲ ਊਣੇ ਪੈ ਜਾਣਗੇ। ਇਸ ਨਕਸ਼ੇ ਵਿੱਚ ਕੇਵਲ ਧਰਤੀ ਹੈ, ਉਸ ਨਕਸ਼ੇ ਵਿੱਚ ਤਾਂ ਕਹਿੰਦੇ ਆ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਈ। ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਸਾਈ। ਜਾਂ ਭਾਈ ਸਾਹਿਬ ਕਹਿੰਦੇ ਨੇ ਪਾਤਾਲਾ ਆਕਾਸ਼ ਲੱਖ ਅੱਖ ਫਰਕ ਵਿੱਚ ਸਭ ਦਿਖਲਾਈ। ਹੁਣ ਇੱਥੇ ਕਿਹੜਾ ਨਕਸ਼ਾ ਆਪਾਂ ਜੋੜ ਸਕਾਂਗੇ ਕਿ ਅੱਖ ਝਮਕਣ ਦੀ ਜੋ ਦੇਰ ਵਿੱਚ ਇੰਨੇ ਕੁ ਸਮੇਂ 'ਚ ਲੱਖਾਂ ਪਤਾਲ ਤੇ ਆਕਾਸ਼ ਕਾਜੀ ਦੇ ਪੁੱਤਰ ਨੂੰ ਦਿਖਾ ਦਿੱਤੇ। ਸਿੱਖੋ, ਗੁਰੂ ਨਾਨਕ ਸਾਹਿਬ ਦੀ ਵਡਿਆਈ ਤੇ ਭਰੋਸਾ ਕਰੋ, ਉਹਨੂੰ ਵਿਅਕਤੀ ਦੇ ਰੂਪ 'ਚ ਮਤ ਜਾਣੋ, ਪਹਿਲਾਂ ਜਾਣੋ ਉਹਦਾ ਰੁਤਬਾ ਕੀ ਚਾਹੀਦਾ ਸਾਡੇ ਅੰਦਰ। ਜਿਹੜੇ ਜਾਣਦੇ ਆ, ਮੈਂ ਆਪ ਨੂੰ ਸਿਰਫ ਕੋਈ ਸ਼ਬਦ ਬਾਣੀ ਤੋਂ ਖੱਬੇ ਸੱਜੇ ਨਹੀਂ, ਕਿਉਂਕਿ ਮੇਰੀ ਇੱਛਾ ਸੀ ਪਿਛਲੇ ਸਾਲ ਬੜੇ ਸ਼ਬਦ ਸੁਣੇ। ਮੈਂ ਕੱਲ ਨੂੰ ਇਹਦੀ ਡਿਟੇਲ ਨਾਲ ਬੇਨਤੀ ਕਰਾਂਗਾ ਕਿ ਸਮਾਜ ਸੁਧਾਰਕ ਗੁਰੂ ਨਾਨਕ, ਪ੍ਰੀਤਲ ਜੀ ਨੇ ਲਿਖਿਆ ਸੀ ਪੂਰਨਪੁਰ ਗੁਰੂ ਨਾਨਕ, ਬੰਦੀ ਛੋੜ ਗੁਰੂ ਨਾਨਕ, ਉਹ ਉਹਦੀ ਕਿਤਾਬ ਹੈ। ਕਿਸੇ ਨੇ ਕਿਹਾ ਇਨਕਲਾਬੀ ਗੁਰੂ ਨਾਨਕ, ਕਿਸੇ ਨੇ ਲਿਖਿਆ ਕ੍ਰਾਂਤੀਕਾਰੀ ਗੁਰੂ ਨਾਨਕ। ਨਹੀਂ ਪਿਆਰਿਓ, ਸਭ ਤੋਂ ਪਹਿਲਾਂ ਗੁਰੂ ਜੋਤ ਨੂੰ ਪੁੱਛੋ ਗੁਰੂ ਨਾਨਕ ਕੀ ਹੈ। ਅਰਜ਼ ਹੈ, ਗੁਰਮੁਖ ਵਿਦਵਾਨ ਬੈਠੇ ਆ, ਭੱਟਾਂ ਦੇ ਸਵਈਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ 123 ਸਵਈਏ ਨੇ ਭੱਟ ਸਾਹਿਬਾਨ ਜੀ ਦੇ, ਤੇ 5 ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ ਨੇ, ਤੇ ਇਕੱਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ 60 ਸਵਈਏ ਉਚਾਰਨ ਕੀਤੇ ਆ। ਪਰ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਉੱਥੇ ਸਿਰਫ ਇਹ ਕਿ ਲਿਖਿਆ ਨਾ ਸਵਈਏ ਮਹੱਲੇ ਪਹਿਲੇ ਕੇ, ਇਸ ਤਰ੍ਹਾਂ ਭੱਟਾਂ ਤੇ ਨਹੀਂ ਲਿਖਿਆ ਨਾ ਸਵਈਏ ਮਹੱਲੇ ਦੂਜੇ ਕੇ, ਹਾਂ। ਪਰ ਉਸ ਤੋਂ ਪਹਿਲਾਂ ਆਉਂਦਾ ਸਵਈਏ ਮੁੱਖ ਵਾਕ, ਕਿਹਦੇ ਹੁੰਦੇ ਨੇ? ਮਹੱਲਾ ਪੰਜਵਾਂ। ਇਹ ਕੀ ਕਾਰਨ? ਬਾਕੀ ਕਿਸੇ ਗੁਰੂ ਸਾਹਿਬ ਨੇ ਸਵਈਏ ਰੂਪ ਚ ਉਂਝ ਬਾਣੀ ਦੀ ਕਵਿਤਾ ਦੀ ਬੰਤਰ ਦੇਖੋਗੇ ਤੇ ਗੁਰਮੁਖੋ ਇਹਦੇ ਵਿੱਚ ਚੁਪਈਆਂ ਵੀ ਨੇ, ਇਹਦੇ ਵਿੱਚ ਦੋਹਰੇ ਵੀ ਨੇ, ਇਹਦੇ ਵਿੱਚ ਕੁੰਡਲੀਏ ਵੀ ਨੇ। ਪਰ ਗੁਰੂ ਸਾਹਿਬ ਨੇ ਸਿੱਧੀਆਂ ਅਸ਼ਟਪਦੀਆਂ, ਸ਼ੰਤ, ਚੌਪਦੇ, ਇਹ ਚੀਜ਼ਾਂ ਦਿੱਤੀਆਂ ਨੇ। ਪਰ ਬਾਕੀ ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਨੇ ਸਵਈਏ ਨਹੀਂ ਕਹੇ। ਗੁਰੂ ਅੰਗਦ ਸਾਹਿਬ ਦੀ ਤਾਂ ਚਲੋ 63 ਸ਼ਲੋਕ ਨੇ, ਉਹਨਾਂ ਦੀ ਸਿਫਤ ਵੀ ਸਵਈਏ ਨੇ, ਪਰ ਉਹਨਾਂ ਸਵਈਏ ਨਹੀਂ ਕਹੇ। ਗੁਰੂ ਰਾਮਦਾਸ ਜੀ ਨੇ ਕਹੇ ਨੇ। ਗੁਰੂ ਅਰਜਨ ਸਾਹਿਬ ਨੇ ਕਿਉਂ ਕਹੀਏ ਸਵਈਏ, ਤੇ ਕਿਉਂ ਲਿਖਿਆ ਮੁੱਖ ਵਾਕ? ਬਾਕੀ ਬਾਣੀ ਤੇ ਨਹੀਂ ਲਿਖਿਆ ਮੁੱਖ ਵਾਕ। ਇੱਕ ਦਿਨ ਪਾਠ ਕਰਦੇ ਆ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸਮੱਤ ਪੈ ਦਿੰਦੇ ਹੋ ਇਹ ਲਿਖ ਕੇ, ਆਪ ਜੀ ਸਮੱਤ ਦੇ ਰਹੇ ਹੋ ਮੁੱਖ ਵਾਕ ਸਵਈਏ। ਕਿਉਂਕਿ ਜਦੋਂ ਭੱਟ ਸਾਹਿਬਾਨ ਜੀ ਗੁਰੂ ਨਾਨਕ ਸਾਹਿਬ ਦੀ ਗੱਲ ਕਰਨਗੇ ਨਾ ਜੀ, ਉਹਨਾਂ ਨੇ ਪਰਮਾਤਮਾ ਤੋਂ ਥੱਲੇ ਗੁਰੂ ਨਾਨਕ ਦੀ ਗੱਲ ਨਹੀਂ ਕਰਨੀ। ਭੱਟ ਜਦੋਂ ਗੱਲ ਕਰਦੇ ਆ ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਜਦੋਂ ਭੱਟ ਗੱਲ ਕਰਨਗੇ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨੰਗ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ। ਜਦੋਂ ਭੱਟ ਸਾਹਿਬ ਗੱਲ ਕਰਨਗੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਭੱਟ ਸਾਹਿਬ ਕਹਿਣਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਿੱਡਾ ਵੱਡਾ, ਇਦੋਂ ਥੱਲੇ ਗੱਲ ਹੀ ਨਹੀਂ ਕਰਦੇ। ਇਸੇ ਕਰਕੇ ਮੇਰੇ ਗੁਰਦੇਵ ਨੇ ਪਹਿਲਾਂ ਸਵਈਏ ਦਰਜ ਕੀਤੇ। ਪਹਿਲੇ ਸਵਈਏ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਨੇ, ਕੇਵਲ ਗੁਰੂ ਨਾਨਕ ਦੀ ਸਿਫਤ ਵਿੱਚ। ਗੁਰੂ ਅੰਗਦ ਦੇਵ ਦਾ ਜ਼ਿਕਰ ਨਹੀਂ ਕਰਦੇ ਜੋ, ਸਿਰਫ ਗੁਰੂ ਨਾਨਕ ਦੀ ਸਿਫਤ ਵਿੱਚ ਗੁਰੂ ਅਰਜੁਨ ਦੇਵ ਦਰਜ ਕਰਦੇ ਆ। ਮੈਨੂੰ ਇੰਜ ਪ੍ਰਤੀਤ ਹੁੰਦਾ, ਦਾਵਾ ਨਹੀਂ, ਗੁਰੂ ਅਰਜੁਨ ਦੇਵ ਸਵਈਏ ਉਚਾਰਨ ਕਰਕੇ ਦਰਜ ਕਰਕੇ ਮਤਾਂ ਕੋਈ ਭੱਟਾਂ ਦੀ ਇਸ ਆਸਥਾ ਉੱਤੇ ਉਂਗਲ ਚੁੱਕੇ ਕਿ ਉਹ ਗੁਰੂ ਨਾਨਕ ਨੂੰ ਰੱਬ ਕਹਿੰਦੇ ਆ। ਪਹਿਲਾਂ ਖੁਦ ਕਹਿ ਦਿੱਤਾ ਗੁਰੂ ਨਾਨਕ ਪਾਰ ਬ੍ਰਹਮ ਹੈ, ਮੋਹਰ ਲਾ ਦਿੱਤੀ ਮਹਾਰਾਜ ਨੇ। ਜਿਹੜਾ ਇਹ ਬਚਨ ਅਸੀਂ ਪੜ੍ਹਦੇ ਹਾਂ, ਜਨ ਨਾਨਕ ਭਗਤ ਦਰ ਤੁਲ ਸਮ ਬ੍ਰਹਮ ਸੰਸਰ, ਏਕ ਜੀ ਕਿਆ ਬਕਾਨਾ, ਹਾਂ ਕਿ ਬਲ 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 ਸਦ ਬਲਹਾਰ। ਗੁਰੂ ਅਰਜਨ ਸਾਹਿਬ ਕਹਿੰਦੇ ਬਲਿਓ ਚਿਰਾਗ ਅੰਧਿਆਰ ਮੈਂ, ਇਸ ਹਨੇਰੇ ਵਿੱਚ ਇੱਕ ਦੀਪਕ ਬਲਿਆ।
सब कल उदरी एक नाम धर्म प्रगट सकलार भवन में जन नानक गुर पार ब्रह्म गुरमुखो गुर पार ब्रह्म क्या। पहली मेरी बेनती है वे अपने हिरदे विच मेरे राबर दी थां परमात्मा तो थले नहीं बनानी, क्योंकि कोई व्यक्ति कहे कोई शब्द वरते। कल मैं जदों भाई साहब जी का गुरदास साहब नूं पढ़ रहा सा, मेरे मन च हुंदा है भावें कथा नाम ही करनी होवे, पुरब के दिनों में मैं पहली पौड़ी वार का पाठ जरूर करना, क्योंकि वो एक एक शब्द जिहड़ा तुहाडे अंदर भावना पैदा करता है। बाबा जी का जिक्र करते हैं, उस विच अगे जाके भाई साहब ने एक तुक लिखी है, निरंकार नानक देओ, निरंकार नानक देओ, निरंकार आकार बनाया। वैगुरु एदू वड्डी वड्डी गल की होगी। निरंकार नानक देओ, ਇਹਦਾ अर्थ हो गया निरंकार नानक देव है। देव ਦਾ अर्थ है देव। गुरु नानक देव निरंकार है, इस तरह अर्थ करा मैं। निरंकार नानक देओ, निरंकार आकार बनाया। निरंकार ने जड़ा आकार बनाया, उस आकार का नाम धन गुरु नानक साहब है। यही कारण जिन्होंने समझ पई, मैं यही बेनती करांगा। जिवें हुण पुरब आउणा है ना जी, चलो तुसी जिन्ना भी नेम कर दो, बड़े बड़े कमाइयां वाले गुरसिख विच बैठे ने। ये नहीं हुंदा भी मैं माइक ते बोल रहा तो मैं दूजियां नूं झिड़की जावां, नहीं प्यारिओ। पता नहीं किन्नी इबादत वाले बैठे आ, पर एक काम करियो, हजूर दे पुरब वाले दिनां च कदी सुरत नाल अमृत वेले उठ के जबान नाल बोलन तो बिना सुरत नाल जपजी साहिब दा पाठ गुरु नानक दे चरनां च बैठ के करियो। देखियो मन ऐ खिलिया जाएगा इस पाठ नाल, इस बख्शिश नाल। धन गुरु नानक साहिब जी नूं अपने अंदर दी आस्था विच निरंकार रूप ही जानना है। यही कारण मैं एक बार पिछले साल सुल्तानपुर क्या, बेबे नानकी ने अपनी जिंदगी च कुछ नहीं मंगिया। हूड़ मत बंदे, ये शब्द कहते हैं भी बेबे नानकी दे घर संतान क्यों ना होगी। उन्हें मंगी कुछ नहीं, सिर्फ उन्हें अपनी जिंदगी च एक बारी मंगया सी। आपनू शायद ज्ञात होवे, जिस दिन हजूर सुल्तानपुर आए सन ना, बेबे नानकी दा विवाह हो गया, सतगुरु सुल्तानपुर आ गए। ते सतगुरु भैन भरा दा प्यार भी बहुत सी, मोह वाला नहीं सी, ये रूहानी प्यार सी। बेबे तो बिना कुछ दिन उदासी हुई, ते मन भी कहंदा सी भी बापू जी का सुभाव थोड़ा जिहा सख्त है, किते झिड़कदे ना होण, किते कोई मेरे वीर नूं आ ना कहन। उन्हां सारा इंतजाम करके हजूर नूं सुल्तानपुर बुला लिया। जदों महाराज सुल्तानपुर आए, साडा इतिहास कहंदा है हजूर ने कुंडा खड़काया, बेबे नानकी ने दरवाज़ा खोलिया। उंज वैसे टैलीफोन आका तारां जिहड़ी अंदर दी सुरत दी खिचे ना, इहदे सामने कोई भी इलैक्ट्रॉनिक चीज़ काम नहीं करती। ये फोन तो उत्थों तक जाते हैं जिथों तक आ खंभियां दी रेंज कहे, शब्द दी रेंज तो उत्थों तक जाती जिथे देह भी नहीं जाती। ये खंभियां दी मुताज नहीं। बेबे जी ने बूहा खोलिया, देखिया सामने सतगुरु, ते जिवें अचनचेत मन तां भरिया पिया सी बैराग नाल, कुछ नहीं सुझिया, सब कुछ भुल गई। इक्को दम हजूर दे चरनां ते डिगन लगी बेबे, ते सतगुरां ने डिगदियां होयां दा सिर मोढियां तो पकड़ के बेबे नूं घुट के सीने नाल लाया। कहन लगे, बेबे तू क्यों झुके, तू क्यों उड़े। उड़े शब्द लिखे जन्म साखी च, उड़न दा झुकना। तू क्यों झुके, तू वड्डी है, झुका तो मैं ना, मैं छोटा वां। कहंदे ने हजूर दे सीने नाल लगी बेबे दे शब्द सन, मैं वीर जान के नहीं झुकी, मैं अपना पीर जान के झुकी हाँ। तू मेरा मुर्शद है। बस आ आस्था बना के तुरना। जिहदा खून दा रिश्ता वो कहंदी रब है, ते मेरे वर्गा चार किताबां पढ़ के कहंदा गुरु नानक क्रांतिकारी है। नहीं, ये भावना होवे
ਤੇ ਇਹ ਕੋਈ ਸ਼ਬਦ ਗੁਰਬਾਣੀ ਤੋਂ ਬਾਹਰ ਨਹੀਂ। ਜੇ ਕਹੋ ਜੀ ਤਰਕ ਨਾਲ ਸਿੱਧ ਕਰੋ, ਪ੍ਰਹਿਲਾਦ ਕਿਹੜੇ ਯੁੱਗ ਚ ਹੋਏ ਨੇ? ਸਤਯੁਗ ਚ ਹੋਏ ਨੇ ਨਾ। ਧਰੂ ਸਤਯੁਗ ਚ ਹੋਏ ਨੇ। ਉਦੋਂ ਕਦੋਂ ਹੋਏ? ਅਕਰੂਰ ਕਰੋ ਹੋਏ, ਪੂਰਵਾ ਕਦੋਂ ਹੋਏ? ਅੰਗਰੋਂ ਕਦੇ ਹੋਏ? ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਧਰੂ ਨੇ, ਪ੍ਰਹਿਲਾਦ ਨੇ, ਇਹਨਾਂ ਸਾਰਿਆਂ ਨੇ, ਈਵਨ ਕਿ ਰਵਿਦਾਸ ਨੇ, ਜੈਦੇਵ, ਤਰਲੋਚਨ ਤੇ ਨਾਮਦੇਵ ਨੇ ਵੀ ਗੁਰੂ ਨਾਨਕ ਨੂੰ ਜਪਿਆ ਹੈ। ਉੱਥੇ ਤਰਕ ਕਿੱਥੇ ਜਾਏਗਾ? ਕਿਉਂਕਿ ਧੁਰ ਕੀ ਬਾਣੀ ਹੈ। ਉੱਥੇ ਇੱਕੋ ਗੱਲ ਮੰਨਣੀ ਪਏਗੀ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਲਈ ਆਸਥਾ ਇੱਕ ਹੈ। ਦੂਜਾ, ਆਪ ਜੀ ਨੇ ਗੁਰੂ ਰਾਮਦਾਸ ਦਾ ਪੁਰਬ ਮਨਾ ਰਹੇ, ਕਿਉਂਕਿ ਦੋਨੋਂ ਇਕੱਠੇ ਨੇ ਪੁਰਬ। ਪਰ ਮੈਂ ਆਪ ਨੂੰ ਕਿਹਾ ਜੋਤ ਇੱਕੋ ਹੀ ਹੈ। ਸਾਰੀ ਜੋਤ ਗੁਰੂ ਨਾਨਕ ਦੀ ਸਿਫਤ ਕਰਦੀ। ਗੁਰੂ ਰਾਮਦਾਸ ਦਾ ਇੱਕ ਬਚਨ ਹੁੰਦਾ ਗੁਰੂ ਨਾਨਕ ਸਾਹਿਬ ਲਈ। ਹਜ਼ੂਰ ਨੇ ਫਰਮਾਇਆ, ਧੰਨ ਧੰਨ ਗੁਰੂ ਨਾਨਕ ਸਮਦਰਸ਼ੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਗੁਰੂ ਰਾਮਦਾਸ ਦਾ ਬਚਨ ਹੈ। ਮੈਂ ਦੋਨਾਂ ਸਤਿਗੁਰਾਂ ਦੇ ਜੋਤ ਇੱਕੋ ਹੀ ਹੈ, ਦੋਨਾਂ ਦੇ ਬਚਨ ਇਕੱਠੇ ਕਰਕੇ ਬਾਣੀ ਵੱਲ ਥੋੜਾ ਜਿਹਾ ਆਉਣਾ ਚਾਹਨਾ। ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ। ਇਹ ਵੀ ਪਤਾ ਹੈ ਕਿ ਗੁਰਬਾਣੀ ਵਿੱਚ ਪ੍ਰਸ਼ਨੋਤਰੀ ਹੈ। ਮਹਾਰਾਜ ਪ੍ਰਸ਼ਨ ਵੀ ਕਰਦੇ ਆ, ਆਪੇ ਉੱਤਰ ਵੀ ਦੇ ਦਿੰਦੇ ਆ। ਤੇ ਸਾਰੀ ਬਾਣੀ ਦਾ ਪਾਠ ਕਰਦੇ ਆ। ਮੈਂ ਅੰਤ ਨਹੀਂ ਪਾਉਣ ਦੀ ਗੱਲ ਕਰਾਂਗਾ। ਸੱਚ ਇਹ ਵੇ ਕਿ ਸਾਕਤ ਵਾਲਾ, ਮੂਰਖ ਵਾਲਾ, ਮਨਮੁਖ ਵਾਲਾ, ਦੁਸ਼ਟ ਵਾਲਾ, ਜਿੰਨੇ ਵੀ ਸ਼ਬਦ ਆਉਂਦੇ ਨੇ, ਹਰੇਕ ਸ਼ਬਦ ਦੇ ਅਖੀਰ ਵਿੱਚ ਗੁਰੂ ਜੀ ਨਾ ਫਿਰ ਅਰਦਾਸ ਕਰ ਦਿੰਦੇ ਨੇ, ਵਾਹਿਗੁਰੂ ਇਹਨਾਂ ਵਿਚਾਰਿਆਂ ਦਾ ਕੀ ਕਸੂਰ, ਜੇ ਤੂੰ ਸਮਝਾਏ ਇਹਨਾਂ ਨੂੰ ਸਮਝ ਨਾ ਪੈ ਜਾਏ। ਦਵੈਸ਼ ਨਹੀਂ ਪੈਦਾ ਹੋਣ ਦਿੰਦੇ, ਈਰਖਾ ਨਹੀਂ ਪੈਦਾ ਹੋਣ ਦਿੰਦੇ, ਸੁਰਤ ਨੂੰ ਡਿੱਗਣ ਨਹੀਂ ਦਿੰਦੇ। ਇਹੀ ਕਾਰਨ ਮੈਂ ਕਿਹਾ, ਜਿਹੜਾ ਹੁਣ ਨਾਨਕ ਨੀਚ ਕਹੇ ਵਿਚਾਰ, ਇਹ ਥੋੜਾ ਕਿਹਾ ਵੀ ਜਿਹੜੇ ਮੂਰਖ ਨੇ ਇਹ ਸਾਰੇ ਬੰਦੇ ਦੁਨੀਆ ਤੇ ਨਹੀਂ ਚਾਹੀਦੇ। ਗੁਰੂ ਕਹਿੰਦਾ ਮੈਂ ਕੁਰਬਾਨ ਜਾਵਾਂ ਤੇਰੇ ਤੋਂ, ਤੂੰ ਜਪੀਆਂ ਨੂੰ ਵੀ ਰੋਟੀ ਦੇਈ ਜਾਂਦਾ, ਤੂੰ ਪਾਪੀਆਂ ਨੂੰ ਵੀ ਰੋਟੀ ਦੇਈ ਜਾਂਦਾ। ਉਹਨਾਂ ਨੇ ਸੁਰਤ ਨੂੰ ਮੈਲਿਆਂ ਨਹੀਂ ਹੋਣ ਦਿੱਤਾ। ਇੱਥੇ ਮੁਸ਼ਕਲ ਹੈ। ਸੁਰਤ ਦੀ ਉਡਾਰੀ ਇੰਨੀ ਵੱਡੀ ਨਹੀਂ ਹੁੰਦੀ। ਜਦੋਂ ਸੁਰਤ ਇੱਕੋ ਜੀ ਨਾ ਹੋਵੇ, ਫਿਰ ਅਸੀਂ ਇੱਕੋ ਦੂਜੇ ਦੀ ਪਰਿਭਾਸ਼ਾ ਵੀ ਗਲਤ ਨਿਰਧਾਰਿਤ ਕਰ ਲੈਨੇ ਆ। ਬੰਦਾ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੀ ਚੌਥੀ ਪੌੜੀ, ਇਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ ਚੌਥੀ ਪੌੜੀ ਤੇ ਗੁਰੂ ਰਾਮਦਾਸ ਦਾ ਇੱਕ ਸ਼ਲੋਕ, ਦੋਨੋਂ ਇਕੱਠੇ ਕਰ ਲਈਏ। ਗੁਰੂ ਨਾਨਕ ਸਾਹਿਬ ਦੀ ਚੌਥੀ ਪੌੜੀ 'ਚ ਹਜ਼ੂਰ ਨੇ ਫਰਮਾਇਆ, ਆਪ ਸਭ ਨੂੰ ਚੇਤੇ ਹੈ, ਕਿ ਜੇ ਮੁਕਤੀ ਦਾ ਦਰਵਾਜ਼ਾ ਲੱਭਣਾ ਹੈ ਤੇ ਇਹ ਨਦਰ ਨਾਲ ਮਿਲਦਾ ਹੈ, ਨਦਰ ਤੋਂ ਬਿਨਾ ਨਹੀਂ। ਜੇ ਅਸੀਂ ਚੰਗੇ ਕਰਮ ਕਰਨੇ ਆ, ਮਹਾਰਾਜ ਕਹਿੰਦੇ ਚੰਗੇ ਕਰਮਾਂ ਦੇ ਨਾਲ ਇਹ ਸਰੀਰ ਰੂਪੀ ਕੱਪੜਾ ਫਿਰ ਮਿਲ ਸਕਦਾ ਹੈ। ਪਰ ਮੁਕਤੀ ਦਾ ਦਰਵਾਜ਼ਾ ਕੇਵਲ ਕਰਮਾਂ ਨਾਲ ਹੀ ਮਿਲਦਾ, ਮੁਕਤੀ ਦਾ ਦਰਵਾਜ਼ਾ ਨਦਰ ਨਾਲ ਮਿਲਦਾ ਹੈ। ਉਹ ਚੌਥੀ ਪੌੜੀ ਵਿੱਚ ਨਦਰ ਕਿਵੇਂ ਮਿਲਦੀ ਹੈ? ਮਹਾਰਾਜ ਕਹਿੰਦੇ ਨਦਰ ਜਿਹਨੂੰ ਮਿਲਦੀ ਉਹ ਆ ਸਾਧਨਾ ਕਰਦਾ। ਫਿਰ ਬੇਨਤੀ ਸੁਣਿਓ, ਸਾਧਨਾ ਨਾਲ ਤਾਂ ਨਦਰ ਨਹੀਂ, ਜਿਹਦੇ ਤੇ ਨਦਰ ਹੁੰਦੀ ਏ ਉਹ ਆ ਸਾਧਨਾ ਕਰਦਾ। ਕੀ? ਉਹ ਚੌਥੀ ਪੌੜੀ, ਸਾਚਾ ਸਾਹਿਬ ਸਾਚ ਨਾਏ, ਵਾਹਿਗੁਰੂ ਸੱਚ ਹੈ। ਸਾਹਿਬ ਲਫ਼ਜ਼ ਜਿਹੜਾ ਆਪ ਸਭ ਨੂੰ ਪਤਾ ਹੈ ਜੀ, ਇਹ ਫਾਰਸੀ ਦਾ ਹੈ। ਇਹ ਸਾਹਿਬ ਦਾ ਅਰਥ ਹੁੰਦਾ ਮਾਲਕ। ਮੈਂ ਕਈ ਵਾਰੀ ਕਹਿਣਾ, ਜਿਹੜੇ ਪੰਜਾਬੀ ਜਿਵੇਂ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਲੈ ਆਉਂਦੇ ਆ, ਪਤਾ ਕੋਈ ਨਹੀਂ ਲੱਗਦਾ ਵੀ ਇਹ ਪੰਜਾਬੀ ਕੇ, ਈਵਨ ਕਿ ਪੰਜਾਬ ਸ਼ਬਦ ਵੀ ਪੰਜਾਬੀ ਦਾ ਕੋਈ ਨਹੀਂ, ਇਹ ਵੀ ਤਾਂ ਫਾਰਸੀ ਦਾ ਹੈ ਨਾ। ਪੰਜ ਨਦ ਕਹਿ ਲਓ ਤੇ ਟੁੱਕ ਜਾਊਗਾ, ਇਹ ਪੰਜ ਨਦੀਆਂ ਕਹਿ ਸਕਨੇ ਆ। ਪੰਜਾਬ ਤਾਂ ਹੈ ਹੀ ਸ਼ਬਦ ਫਾਰਸੀ ਦਾ। ਨਫ਼ਰਤ ਨਹੀਂ ਕਰਨੀ ਕਿਸੇ ਭਾਸ਼ਾ ਨਾਲ, ਕਿਉਂਕਿ ਸਾਹਿਬ ਸ਼ਬਦ ਜਿਹੜਾ ਸਿੱਖ ਦੀ ਜ਼ਬਾਨ ਤੋਂ ਕਦੀ ਦੂਰ ਹੀ ਨਹੀਂ ਜਾ ਸਕਦਾ। ਨਨਕਾਣਾ ਸਾਹਿਬ, ਫਤਿਹਗੜ੍ਹ ਸਾਹਿਬ, ਇਹ ਆਪਾਂ ਕਹਿੰਦੇ ਆ। ਤੇ ਦੂਜੀ ਗੱਲ, ਜਿਹੜਾ ਸਰਦਾਰ ਕਹਿੰਦੇ ਆ, ਸਰਦਾਰ ਵੀ ਪੰਜਾਬੀ ਦਾ ਕੋਈ ਨਹੀਂ, ਸਰਦਾਰ ਵੀ ਫਾਰਸੀ ਦਾ ਹੈ। ਇਹ ਸਰਦਾਰ ਸ਼ਬਦ ਜਿਹੜਾ ਇਹ ਵੀ ਫਾਰਸੀ ਦਾ। ਸਿਰਦਾਰ ਕਹਿ ਲਓ, ਚਲੋ ਜਿੱਤੇ ਸਿਰਦਾਰ ਲਫ਼ਜ਼। ਹਾਂ, ਗੁਰਬਾਣੀ 'ਚ ਸਿਕਦਾਰ ਆਇਆ, ਰਾਜੇ ਰਈਅਤ ਸਿਕਦਾਰ, ਕੋਈ ਨਾ ਰਹੇ ਸੀ ਉਹ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਗੁਰੂ ਜੀ ਕਹਿੰਦੇ ਸਾਚਾ ਸਾਹਿਬ, ਸਾਹਿਬ ਦਾ ਅਰਥ ਹੈ ਮਾਲਕ, ਮੇਰਾ ਮਾਲਕ ਸੱਚਾ ਹੈ। ਸਾਚ ਨਾਏ, ਇਹਨੂੰ ਥੋੜਾ ਜਿਹਾ ਮੈਂ ਅਰਜ਼ ਕਰਾਂ। ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਅਰਥ ਕੀਤਾ ਨਿਆਏ, ਨਿਆਂ ਕਰਨਾ, ਨਿਆਲਿਆ ਹਿੰਦੀ ਵਾਲਾ।
इंसाफ, ਉਹਦਾ इंसाफ भी सच्चा। उंज कुछ गुरमुखां ने जपण वाले ने अर्थ कीते ने नाए ਦਾ अर्थ है नाम। ਉਹ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚ ਹੈ। ਇਹ ਕੀ ਹੋ ਗਿਆ? ਆਪ ਸੱਚਾ, ਉਹਦਾ ਨਾਮ ਸੱਚਾ। ਹੁਣ ਮੇਰਾ ਤੁਹਾਡਾ, ਅਸੀਂ ਜਿੰਨੇ ਬੈਠੇ ਆ, ਸਾਡਾ ਸਰੀਰ ਸੱਚ ਹੈ ਨਾ, ਵਜੂਦ ਸੱਚ ਹੈ ਨਾ ਜੀ। ਅਸੀਂ ਬੈਠੇ ਆ, ਜੋ ਵੀ ਅਸੀਂ ਬੈਠੇ ਆ, ਤੇ ਸਾਡੇ ਨਾਮ ਵੀ ਸੱਚ ਨੇ। ਜਿਵੇਂ ਸਿੰਘ ਸਾਹਿਬ ਦਾ ਨਾਮ ਲਵਾਂਗਾ ਤੇ ਸੱਚ ਹੀ ਹੈ, ਮੇਰਾ ਨਾਮ ਲਓਗੇ ਸੱਚ ਹੈ, ਤੁਹਾਡਾ ਨਾਮ ਲਾਂਗੇ ਸੱਚ ਹੈ। ਪਰ ਇਹ ਰੱਬ ਦਾ ਨਾਮ ਇਸ ਤਰ੍ਹਾਂ ਨਹੀਂ। ਜਿੱਦਣ ਇਹ ਵਜੂਦ ਟੁੱਟਾ ਉਦਣ ਨਾਮ ਗਿਆ। ਉਹ ਆਪ ਸੱਚਾ ਹੈ ਤੇ ਉਹਦਾ ਨਾਮ ਵੀ ਸੱਚਾ ਹੈ। ਨਾ ਉਹ ਆਪ ਕਦੀ ਜਾਂਦਾ ਤੇ ਨਾ ਕਦੀ ਨਾਮ ਕਿਤੇ ਜਾਂਦਾ। ਬੰਦੇ ਦਾ ਨਾਮ ਕਹੇ ਆਇਆ ਗਿਆ ਮੋਇਆ ਨਾਉ, ਰੱਬ ਦਾ ਨਾਮ ਇਸ ਤਰ੍ਹਾਂ ਨਹੀਂ। ਉਹ ਆਪ ਸੱਚਾ ਹੈ, ਉਹਦਾ ਨਾਮ ਸੱਚਾ ਹੈ। ਤੇ ਕਮਾਲ ਦੀ ਗੱਲ, ਮੇਰਾ ਵਜੂਦ ਖਤਮ ਹੋ ਜਾਏ, ਮੇਰੇ ਨਾਮ ਨੂੰ ਕੋਈ ਆਵਾਜ਼ਾਂ ਮਾਰੋ ਤੇ ਮੈਂ ਹਾਜ਼ਰ ਕਦੀ ਨਹੀਂ ਹੋਵਾਂਗਾ। ਰੱਬ ਨਿਰਗੁਣ ਰੂਪ ਵਿੱਚ ਉਹਦੇ ਨਾਮ ਨੂੰ ਆਵਾਜ਼ਾਂ ਮਾਰੋ ਤੇ ਉਹ ਪ੍ਰਗਟ ਹੋ ਜਾਂਦਾ। ਕਿਉਂਕਿ ਨਾਮ ਹੈ ਅੰਦਰ ਖੌਂ ਵਸਾਂ। ਰੱਬ ਕਹਿੰਦਾ ਨਾਮ 'ਚ ਮੈਂ ਵਸਣਾ। ਇਸੇ ਨੂੰ ਗੁਰੂ ਜੀ ਨੇ ਕਿਹਾ ਹਰ ਸਿਮਰਨ ਮੈਂ ਆਪ ਨਿਰੰਕਾਰਾ। ਉਹ ਨਿਰੰਕਾਰ ਸਿਮਰਨ 'ਚ ਹੈ। ਇੱਥੇ ਗੁਰੂ ਜੀ ਕਹਿੰਦੇ ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਵੀ ਸੱਚਾ। ਭਾਖਿਆ ਭਾਓ, ਭਾਖਿਆ ਦਾ ਅਰਥ ਵੈਸੇ ਭਾਸ਼ਾ, ਬੋਲੀ ਅਰਥ ਕਰਦੇ ਆ ਸਾਡੇ ਵਿਦਵਾਨ। ਹਾਲਾਂਕਿ ਇਹ ਬੋਲੀ ਚਲੋ ਭਾਸ਼ਾ ਸ਼ਬਦ ਲਿਪੀ, ਉਹਦੀ ਬੋਲੀ ਕੀ ਹੈ? ਉਹ ਅਰਬੀ ਬੋਲਦਾ, ਉਹ ਤੁਰਕੀ ਬੋਲਦਾ। ਨਹੀਂ ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਇਹ ਕਹਿ ਕੇ ਜਿੰਨੀ ਕੱਟੜਤਾ ਸੀ ਦੋ ਧਰਮਾਂ ਦੀਆਂ ਫੂਕ ਕੇ ਰੱਖ ਦਿੱਤੀ। ਸੁਣੋ ਇਸ ਗੱਲ ਨੂੰ। ਅਰਬੀ ਕੁਰਾਨ ਅਰਬਿਕ ਵਿੱਚ ਹੈ ਤੇ ਆਪ ਸਭ ਨੂੰ ਪਤਾ। ਤੁਹਾਡੇ ਇੱਥੇ ਫਤਿਹਗੜ੍ਹ ਸਾਹਿਬ ਜਿਹੜੇ ਕਿਤੇ ਇਸਲਾਮ ਨੂੰ ਮੰਨਣ ਵਾਲੇ ਮੀਰ ਹੋਣਗੇ, ਉਹ ਪੜ੍ਹਦੇ ਨਿਆਣੇ ਪੰਜਾਬੀ ਅੰਗਰੇਜ਼ੀ ਹੋਣਗੇ ਤੇ ਜਿੱਦਣ ਕੁਰਾਨ ਪੜ੍ਹਾਉਣਗੇ ਉਹਨਾਂ ਨੇ ਬਿਲਕੁਲ ਤਰਜਮਾ ਨਹੀਂ ਦੇਣਾ, ਉਹਨੇ ਅਰਬੀ 'ਚ ਪੜ੍ਹਾਉਣੀ ਹੈ। ਇਹ ਕਦੀ ਤਰਜਮਾ ਕਰਕੇ ਨਹੀਂ ਪੜ੍ਹਾਉਣਗੇ। ਤਰਜਮੇ ਵਿੱਚ ਸਾਨੂੰ ਪੰਜਾਬੀ 'ਚ ਮਿਲ ਜਾਣਗੇ, ਹਿੰਦੀ 'ਚ ਮਿਲਣਗੇ। ਤੁਸੀਂ ਇਸ ਪੰਜਾਬ 'ਚ ਰਹਿੰਦੇ ਜਿਹੜੇ ਉਹਨਾਂ ਦੇ ਬੱਚੇ ਹਾਫਿਜ਼ ਨੇ, ਜਿਨ੍ਹਾਂ ਨੂੰ 30 ਦੇ 30 ਸਪਾਰੇ ਕੁਰਾਨ ਦੇ ਜ਼ਬਾਨੀ ਚੇਤੇ ਨੇ, ਉਹਨਾਂ ਨੂੰ ਹਾਫਿਜ਼ ਕਹਿੰਦੇ ਆ। ਹਿਫਜ਼ ਦਾ ਅਰਥ ਯਾਦ ਕਰਨਾ। ਹਾਫਿਜ਼ ਜਿਹਨੇ ਯਾਦ ਕਰ ਲਿਆ, ਉਹਨਾਂ ਨੂੰ ਅਰਥ ਨਹੀਂ ਹੁੰਦੇ ਵਿਚਾਰਿਆਂ ਨੂੰ, ਪਰ ਉਹਨਾਂ ਨੂੰ ਪੁੱਛ ਕੇ ਦੇਖੋ ਕੁਰਾਨ ਜ਼ਬਾਨੀ ਸਾਰੀ ਬੋਲ ਦੇਣਗੇ। ਗੁਰੂ ਸਾਹਿਬ ਉਹ ਕਹਿਣਗੇ ਕਿ ਅੱਲਾ ਦਾ ਇਲਹਾਮ ਜੋ ਪੈਗੰਬਰ ਕੋਲ ਆਇਆ। ਪੈਗੰਬਰ ਦਾ ਅਰਥ ਹੁੰਦਾ ਪੈਗਾਮ ਲਿਆਉਣ ਵਾਲਾ, ਜਿਹਨੂੰ ਆਕਾਸ਼ ਤੋਂ ਆ ਰਿਹਾ। ਇਸਲਾਮ ਵਿੱਚ ਪੈਗਾਮ ਜਿਹੜਾ ਹੁੰਦਾ ਉਹਨੂੰ ਅਸਲ 'ਚ ਦੇਵਤਾ ਲੈ ਕੇ ਆਉਂਦਾ। ਪਰ ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਬਾਣੀ ਆਉਂਦੀ ਹੈ ਨਾ, ਵਿੱਚ ਕੋਈ ਵਿਚੋਲਾ ਨਹੀਂ ਆਉਂਦਾ, ਸਿੱਧੀ ਆਉਂਦੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ। ਉਹਨੂੰ ਉਸ ਵਿੱਚ ਕੋਈ ਵਿਚੋਲਾ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ ਕਿ ਇੱਥੇ ਉਹ ਕਹਿ ਰਿਹਾ ਅਰਬੀ, ਸੰਸਕ੍ਰਿਤ ਵਾਲਾ ਕਹਿੰਦਾ ਨਹੀਂ ਇਹ ਜੇ ਬੋਲਦਾ ਇਹ ਮਲੇਸ਼, ਇਹ ਮਲੇਸ਼ ਭਾਖਿਆ। ਉਂਝ ਬਾਬਾ ਜੀ ਨੇ ਜ਼ਿਕਰ ਵੀ ਕੀਤਾ ਮਲੇਸ਼ ਭਾਖਿਆ ਗਈ। ਇਹਦਾ ਮਤਲਬ ਹੈ ਕਿ ਤੁਸੀਂ ਬੰਦਿਓ ਉਹਨਾਂ ਬੰਦਿਆਂ ਦੀ ਬੋਲੀ ਬੋਲਣ ਲੱਗ ਪਿਓ ਜਿਹੜੇ ਜ਼ੁਲਮ ਪੈ ਕਰਦੇ। ਪਰ ਗੁਰੂ ਜੀ ਨੇ ਕੀ ਕਿਹਾ? ਉਹਨਾਂ ਕਿਹਾ ਉਹ ਦੇਵਨਾਗਰੀ ਨਹੀਂ, ਸੰਸਕ੍ਰਿਤ ਨਹੀਂ, ਅਰਬੀ ਨਹੀਂ, ਅੰਗਰੇਜ਼ੀ ਨਹੀਂ। ਜੇ ਅੱਜ ਸਮਝ ਵੇਖਾਂ, ਕੋਈ ਭਾਸ਼ਾ ਅੱਖਰਾਂ ਦੀ ਨਹੀਂ, ਉਹ ਸਿਰਫ ਤੇ ਸਿਰਫ ਪ੍ਰੇਮ ਦੀ ਬੋਲੀ ਸਮਝਦਾ ਹੈ। ਤੇ ਜਿਹੜੇ ਗੁੰਗੇ ਨੇ ਉਹਨਾਂ ਦੇ ਅੱਖਾਂ ਦਾ ਪਾਣੀ ਵੀ ਬੋਲੀ ਬਣ ਕੇ ਉਹ ਸਮਝ ਜਾਂਦਾ ਹੈ। ਉਹਦੀ ਬੋਲੀ ਪ੍ਰੇਮ ਹੈ, ਸੱਚ ਹੈ। ਇੱਥੇ ਸ਼ਬਦ ਇੰਨੇ ਕਮਾਲ ਦਾ, ਭਾਖਿਆ ਭਾਓ ਅਪਾਰ। ਇਹੀ ਕਾਰਨ ਗੁਰੂ ਰਾਮਦਾਸ ਜੀ ਦੇ ਦੋ ਬਚਨ, ਇੱਕ ਵਿੱਚ ਬਚਨ 'ਚ ਕਹਿੰਦੇ ਆ ਜਿਹੜੇ ਲਿਟਰੇਰੀ ਸ਼ਬਦ ਬੋਲਦੇ ਆ, ਸਾਹਿਤਕ ਸ਼ਬਦ ਬੋਲਦੇ ਆ, ਚੁਣ ਚੁਣ ਕੇ ਬੋਲਦੇ ਆ। ਦੂਜੇ ਉਹ ਜਿਹੜੇ ਇਸਤਰੀ ਕੋਈ ਨਹੀਂ, ਪੁਲਿੰਗ ਕੋਈ ਨਹੀਂ, ਪਤਾ ਕੋਈ ਨਹੀਂ, ਵਾਕ ਕਿੱਧਰ ਦਾ ਠੁਕਣਾ, ਦੱਬੀ ਜਾਂਦੇ ਆ ਕਿੱਲੀ। ਤੇ ਮਹਾਰਾਜ ਕਹਿੰਦੇ ਆ ਜਿਹੜੇ ਸਾਹਿਤਕ ਬੋਲਦੇ ਆ ਨਾ, ਇਹਨਾਂ ਨਾਲੋਂ ਅਨਪੜ੍ਹ ਚੰਗੇ ਨੇ ਜੇ ਇਹਨਾਂ ਦੇ ਹਿਰਦੇ ਵਿੱਚ ਪ੍ਰੀਤ ਹੈ ਤਾਂ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨਾ ਅੰਤਰ ਕਪਟ ਵਿਕਾਰ ਹੈ। ਤਿਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ। ਤੂੰ ਸ਼ਹਾਦਤਿਕ ਸ਼ਬਦਾਂ ਦੇ ਨਾਲ, ਲਿਟਰੇਰੀ ਸ਼ਬਦਾਂ ਨਾਲ ਆਪਣੇ ਫੋੜੇ ਨੂੰ, ਬਿਮਾਰੀ ਦੇ ਨੂੰ ਢਕਣਾ ਚਾਹੁੰਦਾ।
ਅਗਲੇ ਬਚਨ ਵਿੱਚ ਮਹਾਰਾਜ ਕਹਿੰਦੇ ਨੇ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਨ ਪਾਣੇ। ਇੱਥੇ ਭਾਖਿਆ ਪਾਉ ਅਪਾਰ ਹੈ, ਉਹਦੀ ਬੋਲੀ ਪ੍ਰੇਮ ਹੈ। ਪਿਛਲੇ ਦਿਨੀ ਮੈਂ ਕਰਜ਼ ਕੀਤੀ, ਸ਼ਾਇਦ ਜਦੋਂ ਸਾਹਿਬਜ਼ਾਦਿਆਂ ਦੇ ਆਏ ਇੱਥੇ ਵੀ ਕੀਤੀ ਸੀ ਫਤਿਹਗੜ੍ਹ ਸਾਹਿਬ। ਪ੍ਰੇਮ ਵੀ ਉਸ ਵਿੱਚ ਪੈਦਾ ਹੁੰਦਾ ਜਿਹਦੇ 'ਚ ਰੱਬ ਦੀ ਨਜ਼ਰ ਹੋਵੇ। ਜਿਸ ਬੰਦੇ ਅੰਦਰ ਭਾਵੁਕਤਾ ਨਹੀਂ ਨਾ ਜੀ, ਇਮੋਸ਼ਨਲ ਨਹੀਂ ਹੁੰਦਾ ਛੇਤੀ, ਉਸ ਬੰਦੇ ਦਾ ਅੰਦਰ ਪਿਘਲਣਾ ਬੜਾ ਮੁਸ਼ਕਲ ਹੋ ਜਾਂਦਾ। ਇਮੋਸ਼ਨਲ ਬੰਦਾ ਧੋਖਾ ਜ਼ਰੂਰ ਖਾ ਜਾਂਦਾ, ਕਈ ਵਾਰੀ ਧੋਖਾ ਇਮੋਸ਼ਨਲ ਬੰਦਾ ਪ੍ਰਭਾਵਿਤ ਬੜੀ ਛੇਤੀ ਹੁੰਦਾ, ਭਾਵੁਕਤਾ ਚ ਆਉਂਦਾ, ਕਠੋਰਤਾ ਵਾਲਾ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਜਿਨ੍ਹਾਂ ਅੰਦਰ ਕਿਸੇ ਚੀਜ਼ ਪ੍ਰਤੀ ਲਗਾਅ ਹੈ ਉਹਨਾਂ ਬੰਦਿਆਂ ਦਾ ਚਾਂਸ ਹੈ ਵੀ ਰੱਬ ਨਾਲ ਬੜੀ ਛੇਤੀ ਜੁੜਨ। ਪਰ ਜਿਹੜੇ ਬੰਦੇ ਅੰਦਰੋਂ ਹੀ ਸੁੱਕ ਗਏ ਉਹਨਾਂ ਦਾ ਮੁਸ਼ਕਲ ਹੈ। ਵੈਸਾਖ ਧੀਰਨ ਕਿਉ ਵਾਂਡੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਕਿਹਾ, ਪ੍ਰਭੂ ਵਿਸ਼ੋ ਨਹੀਂ ਕਿਹਾ। ਉੱਥੇ ਪ੍ਰੇਮ ਦਾ ਕਿਣਕਾ ਹੀ ਕੋਈ ਨਹੀਂ, ਤੇ ਬਣੇਗਾ ਕੀ ਬੰਦੇ ਦਾ। ਗੁਰੂ ਸਾਹਿਬ ਨੇ ਇੱਥੇ ਕਿਹਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਆਖ ਹੈ ਮੰਗ ਹੈ, ਆਖਨੇ ਮੰਗਨੇ ਦੇਹ ਦੇਹ, ਦਾਤ ਕਰੇ ਦਾਤਾਰ। ਮੰਗਨੇ ਆ ਦਾਤਾ, ਦਾਤਾ ਦਾਤਾਂ ਦਿੰਦਾ। ਜੋ ਤੂੰ ਤੇਰੇ ਤੋਂ ਮੰਗਿਆ ਤੂੰ ਦਿੱਤਾ, ਤੇ ਫਿਰ ਕਿ ਅੱਗੇ ਰੱਖੀ ਹੈ। ਫਿਰ ਕਿ ਕਿਉਂਕਿ ਪਿਛਲੇ ਦਿਨ ਮੇਰੇ ਮਨ ਚ ਆਇਆ ਵੀ ਜਦੋਂ ਅਸੀਂ ਪਾਠ ਵੀ ਕਰਨੇ ਆ ਨਾ, ਮੈਂ ਸੱਚੀ ਕਹਿਣਾ, ਕਿਉਂਕਿ ਪੋਇਟਰੀ ਵਿੱਚ ਬਹੁਤ ਧਿਆਨ ਰੱਖਣਾ ਪੈਂਦਾ ਪੜ੍ਹਨ ਲੱਗਿਆ। ਕਈ ਅਸੀਂ ਲਘੂ ਮਾਤਰਾ ਦੀਰਘ ਬਣਾ ਕੇ ਪੜ੍ਹ ਜਾਂਦੇ ਆ, ਜਿਹੜੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ। ਕਿਉਂਕਿ ਕਵਿਤਾ ਵਿੱਚ ਜਿਹੜੇ ਸੱਜਣ ਜਾਣਦੇ ਆ, ਕਵਿਤਾ ਲਘੂ ਤੇ ਦੀਰਘ ਵਿੱਚ ਫਰਕ ਹੈ ਨਾ। ਮਾਤਰਾ ਅਸੀਂ ਬੋਲਣ ਦੇ ਟਾਈਮ ਨੂੰ ਕਹਿੰਦੇ ਹਾਂ ਜੀ, ਜਿੰਨੇ ਸਮੇਂ 'ਚ ਜਿਹੜੇ ਚੀਜ਼ ਨੂੰ ਬੋਲਦਿਆਂ ਦੁੱਗਣਾ ਟਾਈਮ ਲੱਗੇ ਉਹਨੂੰ ਅਸੀਂ ਦੀਰਘ ਕਹਿ ਦਿਆਂਗੇ, ਜਿਹਨੂੰ ਉਦੋਂ ਅੱਧਾ ਲੱਗੇ ਉਹਨੂੰ ਲਘੂ ਕਹਾਂਗੇ। ਹੁਣ ਪਹਿਲੀ ਪੌੜੀ 'ਚ ਸੋਚੈ ਸੋਚ ਨਾ ਹੋਵਈ, ਜਿਹੜਾ ਨੰਨਾ ਹੈ ਉਹ ਲਘੂ ਹੈ, ਤੇ ਸਾਰੇ ਦੀਰਘ ਬੋਲਨੇ ਕੰਨਾਂ ਲਾ ਕੇ। ਸੋਚੈ ਸੋਚ ਨਾ ਹੋਵਈ, ਤੇ ਗੁਰਮੁਖੋ ਸੋਚੈ ਸੋਚ ਨਾ ਨਾ, ਲਘੂ ਦੀਰਘ ਬਣਾ ਦਿੱਤਾ ਕਿ ਨਹੀਂ। ਪੋਇਟਰੀ ਵਾਲਾ ਕਹੇਗਾ ਬੰਦਾ ਧੱਕਾ ਕਰਦਾ ਪਿਆ ਬਾਣੀ ਦਾ, ਕਿਉਂਕਿ ਇਸੇ ਤਰ੍ਹਾਂ ਇੱਕ ਸ਼ਬਦ ਹੁੰਦਾ ਹੈ ਮੋਤੀ ਤਾਂ ਲਘੂ ਨੂੰ ਦੀਰਘ ਬਣਾ ਕੇ ਪੜ੍ਹਨੇ ਪਏ। ਖੈਰ ਮੈਂ ਵਿਸ਼ੇ ਚ ਰਹਾਂ ਕੇ ਤੇ ਕੇ ਦੀਰਘ ਚ ਆਉਂਦਾ ਹੈ, ਲਾਂ ਸਿਆਰੀ ਨਹੀਂ ਆਵੇਗੀ, ਲਘੂ ਚ ਆਏਗੀ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਆਖ ਹੈ ਮੰਗ ਹੈ ਦੇਹ ਦੇਹ, ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਕਿਆ ਕਮਾਲ ਕੀਤੀ ਮਹਾਰਾਜ ਨੇ। ਪੁਰਾਣੇ ਸਮੇਂ ਆਪਣੇ ਵੱਡੇ ਨੂੰ ਰਜਾਉਣ ਵਾਸਤੇ ਜਦੋਂ ਕੋਈ ਫਰਿਆਦੀ ਜਾਂਦਾ ਸੀ, ਆਜੀ ਜਾਂਦਾ ਸੀ, ਦੋ ਗੱਲਾਂ ਕਰਦਾ ਸੀ। ਜਾਂ ਤਾਂ ਆਪਣੇ ਵੱਲੋਂ ਕੋਈ ਨਾ ਕੋਈ ਉਹਦੇ ਲਈ ਤੋਹਫਾ ਲੈ ਕੇ ਜਾਣਾ, ਗਿਫਟ ਲੈ ਕੇ ਜਾਣਾ, ਤੇ ਜਿਹੜਾ ਖਾਲੀ ਹੱਥ ਜਾਂਦਾ ਸੀ ਉਹ ਜ਼ੁਬਾਨ ਦੀ ਸ਼ਬਦਾਵਲੀ ਇੰਨੀ ਵਰਤਦਾ ਸੀ, ਮੇਰੀ ਜ਼ੁਬਾਨ ਤੇ ਖੁਸ਼ ਹੋ ਜਾਏਗਾ। ਇੱਥੇ ਮਹਾਰਾਜ ਕਹਿੰਦੇ ਆ, ਮੈਂ ਕਿਹੜੀ ਚੀਜ਼ ਰੱਖਾਂ, ਤੋਹਫਾ ਕਿਹੜਾ ਰੱਖਾਂ, ਤੂੰ ਤੇ ਦਿੱਤਾ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇੱਥੇ ਵੀ ਬੜੀ ਰਮਜ ਪਾ ਦਿੱਤੀ। ਇੱਥੇ ਮਹਾਰਾਜ ਨੇ ਕੀ ਕੀਤਾ ਜੀ, ਸੱਚੇ ਪਾਤਸ਼ਾਹ ਜੀ, ਉਂਝ ਬਾਣੀ ਚ ਸਾਰੇ ਪੜ੍ਹਨੇ ਆ, ਐਸੀ ਪ੍ਰੀਤ ਕਰੋ ਮਨ ਮੇਰੇ, ਰੇ ਮਨ ਐਸੀ ਹਰਸ਼ੋ ਪ੍ਰੀਤ ਕਰ, ਸਾਚੀ ਪ੍ਰੀਤਮ ਤੁਮ ਸਿਓ ਜੇਰੀ। ਇੱਥੇ ਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਮੈਂ ਪ੍ਰੀਤ ਕਰਾਂ। ਇਸ ਤੁਕ ਨੂੰ ਫਿਰ ਪੜੋ। ਮਹਾਰਾਜ ਕਹਿੰਦੇ ਆ ਕਿ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਇਹ ਨਹੀਂ ਕਿਹਾ ਮੈਂ ਪਿਆਰ ਕਰਾਂ, ਤੂੰ ਪਿਆਰ ਕਿਵੇਂ ਕਰੇ। ਕਮਾਲ ਦੀ ਗੱਲ, ਉਹ ਪਿਆਰ ਨਹੀਂ ਕਰਦਾ। ਸਾਰੀ ਬਾਣੀ ਕਹਿੰਦੀ ਹੈ ਵੀ ਮਨ ਤੂੰ ਪਿਆਰ ਕਰ। ਇੱਥੇ ਏਡੀ ਵੱਡੀ ਬਖਸ਼ਿਸ਼ ਕੀਤੀ, ਕਹਿ ਗਏ ਸਭ ਕੁਝ ਝੋਲੀ 'ਚ ਪਾ ਗਏ। ਸਿੱਖੋ, ਮੈਂ ਪਿਆਰ ਕਰਾਂ ਤੇ ਮੇਰੀ ਕੌਮੇ ਕਿਤੇ ਤੋੜ ਦੇਗੀ। ਤੂੰ ਪਿਆਰ ਕਰਨ ਲੱਗ ਪਾਵੇਂ ਤੇ ਮੈਂ ਕਦੀ ਡੁੱਬ ਨਹੀਂ ਸਕਦਾ। ਤੂੰ ਮੈਨੂੰ ਪਿਆਰ ਕਿਵੇਂ ਕਰੇਗਾ।
ਜਿਤ ਸੁਣ ਧਰੇ ਪਿਆਰ। ਅੱਗੇ ਮਹਾਰਾਜ ਕਹਿੰਦੇ ਆ ਕਿ ਕੀ ਕਰੀਏ ਫਿਰ, ਮੂੰਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਅਗਲਾ ਸ਼ਬਦ ਗੁਰਮੁਖੋ ਸ਼ਾਇਦ ਆਪ ਨੂੰ ਕਿਹਾ ਸੀ, ਮੈਂ ਭੁੱਲਾਂ ਨਾ, ਪੂਰਬ ਦੇ ਕਿਸੇ ਗ੍ਰੰਥ ਵਿੱਚ ਇਹ ਸ਼ਬਦ ਹੀ ਨਹੀਂ। ਚਾਹ ਲਾਗੇ ਹੈ, ਪ੍ਰਭਾਤ ਹੈ, ਪਿਛਲ ਪੈਰ ਹੈ, ਅੰਮ੍ਰਿਤ ਵੇਲਾ। ਪਹਿਲੀ ਵਾਰੀ ਰੂਹਾਨੀਅਤ ਵਿੱਚ ਜਿਹੜਾ ਨਵਾਂ ਸ਼ਬਦ ਘੜਿਆ ਕੇਵਲ ਗੁਰੂ ਨਾਨਕ ਸਾਹਿਬ ਨੇ ਘੜਿਆ। ਆਪ ਨੂੰ ਪਤਾ ਹੋਣਾ ਅੰਮ੍ਰਿਤ ਵੇਲਾ ਕਿਸੇ ਵੀ ਧਾਰਮਿਕ ਗ੍ਰੰਥ 'ਚ ਪਹਿਲਾਂ ਆਉਂਦਾ ਹੀ ਨਹੀਂ। ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ। ਠੀਕ ਹੈ, ਇਹਦੀ ਵੀ ਇੱਕ ਸਮੱਸਿਆ ਹੈ, ਇਸ ਸ਼ਬਦ ਦੀ ਵਿਆਖਿਆ ਵੀ ਸਾਡੇ ਲੋਕਾਂ ਦੀ, ਵੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਿ ਜਦੋਂ ਸੱਚੇ ਦੀ ਵਡਿਆਈ ਕਰੋ ਉਦੋਂ ਹੀ ਅੰਮ੍ਰਿਤ ਵੇਲਾ। ਨਹੀਂ ਪਿਆਰਿਓ, ਗੁਰੂ ਰਾਮਦਾਸ ਨੇ ਇਹਨੂੰ ਕਲੀਅਰ ਕਰ ਦਿੱਤਾ ਵੀ ਇਹ ਵੀ ਸਮਝ। ਫਿਰ ਸੁਣੋ ਇੱਥੇ ਵੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਧਰ ਇਸ ਪੌੜੀ ਨੂੰ ਗੁਰੂ ਰਾਮਦਾਸ ਦੇ ਸ਼ਲੋਕ ਨਾਲ ਲੈ ਜਾਈਏ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਲਕੇ ਦਾ ਅਰਥ ਦਾ ਆਉਣ ਵਾਲਾ ਕੱਲ, ਇਹ ਭਵਿੱਖ ਤੋਂ ਨਹੀਂ ਕਹਿੰਦੇ ਆ ਨਾ, ਫਿਊਚਰ ਨੂੰ। ਹੁਣ ਮੇਰੇ ਵਰਗਾ ਜੇ ਕਿ ਉਹਦਾ ਕੱਲਾ ਰੱਖਿਆ ਹੁੰਦਾ ਭਲਕੇ, ਤੇ ਅਸੀਂ ਭਲਕੇ ਦੇ ਅਰਥ 10 ਵਜੇ ਵੀ ਕਰਨੇ ਸਾਂ, ਕਿਉਂਕਿ ਭਲਕਾ 4 ਪਹਿਰ ਹੈ। ਗੁਰੂ ਸਾਹਿਬ ਨੇ ਅੱਗੇ ਕਹਿ ਦਿੱਤਾ, ਮਤਾਂ ਭਲਕੇ ਦੇ ਅਰਥ 10 ਵਜੇ ਉੱਠਣੇ 8 ਵਜੇ ਬਣਾਏ। ਉਦਮ ਕਰੇ ਭਲਕੇ ਨਾਲ ਪ੍ਰਭਾਤੀ। ਕਹਿਤਾ ਭਲਕੇ ਦਾ ਅਰਥ 10 ਵਜੇ ਨਹੀਂ, ਭਲਕੇ ਦਾ ਅਰਥ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਪਿਛਰ ਰਾਤ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ ਕੀ ਬੋਲਣਾ ਚਾਹੇਗਾ, ਕੀ ਰੱਖਣਾ ਚਾਹੇਗਾ, ਇੱਕ ਕੰਮ ਕਰ ਤੂੰ। ਅੰਮ੍ਰਿਤ ਵੇਲਾ ਜਿਹਨੂੰ ਪ੍ਰੋਫੈਸਰ ਸਾਹਿਬ ਲਿਖਦੇ ਆ ਪੂਰਨ ਖੜਾ ਦਾ ਵੇਲਾ, ਪਰ ਸੱਚ ਹੈ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਦਾ ਜਿਹੜਾ ਸਰਲੇਖ ਆਇਆ ਉਹ ਅੰਮ੍ਰਿਤ ਵੇਲੇ ਨਾਲ ਆਇਆ। ਮੈਂ ਨਹੀਂ ਉੱਠਦਾ ਮੰਨ ਲਓ, ਤੇ ਮੈਂ ਦੂਜਿਆਂ ਨੂੰ ਕਿਉਂ ਤੋੜੀ ਜਾਂਦਾ ਵੀ ਨਹੀਂ ਉਹ ਜਦੋਂ ਮਰਜ਼ੀ ਉੱਠ ਜਾਓ। ਰੱਬ ਦਾ ਵਾਸਤਾ ਜੇ ਮੈਂ ਨਹੀਂ ਉੱਠਦਾ ਨਾ, ਤੇ ਕਿਸੇ ਉੱਠਣ ਵਾਲੇ ਨੂੰ ਤੋੜੋ ਨਾ। ਏਡੂ ਵੱਡਾ ਪਾਪ ਹੀ ਦੁਨੀਆ 'ਚ ਕੋਈ। ਇੱਕ ਗੁਰਮੁਖ ਪਿਆਰਾ 3 ਵਜੇ ਉੱਠ ਕੇ ਨਿਤਨੇਮ ਕਰਦਾ ਹੈ, ਗੁਰੂ ਸਾਹਿਬ ਦੀ ਸੇਵਾ ਕਰਦਾ ਹੈ, ਤੇ ਮੈਂ ਆਪਣੀ ਕਮਜ਼ੋਰੀ ਲੁਕਾਉਣ ਲਈ ਕਿਉਂ ਸਿਧਾਂਤ ਨੂੰ ਖੰਡਨ ਕਰ ਰਿਹਾ? ਉਹਨੂੰ ਕਹੀਏ ਮੇਰੇ ਲਈ ਵੀ ਅਰਦਾਸ ਕਰ, ਮੈਂ ਤੇਰੇ ਵਰਗਾ ਬਣ ਸਕਾਂ। ਬਜਾਏ ਕਹਿਣ ਦੇ ਵੀ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਇੱਕ ਸਹੁੰ ਖਾ ਕੇ ਆਇਆ, ਇੱਕ ਚੀਜ਼ ਮੈਂ ਛੱਡ ਦਿੱਤੀ ਹੈ ਤੇਰੇ ਘਰ 'ਚ ਆ ਕੇ। ਕੀ? ਕਹਿਣ ਲੱਗੇ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਸੌਣਾ ਮੇਰੇ ਵਾਸਤੇ ਹਰਾਮ ਹੋ ਗਿਆ ਹੈ। ਮੈਂ ਸਹੁੰ ਖਾ ਕੇ ਕਹਿਣਾ ਮੈਂ ਅੰਮ੍ਰਿਤ ਵੇਲੇ ਸੌਵਾਂਗਾ ਨਹੀਂ। ਇਹੀ ਕਾਰਨ। ਚਲੋ ਕਈ ਗੁਰੂ ਘਰਾਂ 'ਚ 12 ਵਜੇ ਸ਼ੁਰੂ ਕਰਦੇ ਵਾ ਅੰਮ੍ਰਿਤ ਵੇਲਾ। ਸਿੰਘ ਸਾਹਿਬ ਬੈਠੇ ਆ, ਹਰਮੰਦਰ ਸਾਹਿਬ ਦੀ ਮਰਿਆਦਾ ਬਿਲਕੁਲ ਅੰਮ੍ਰਿਤ ਵੇਲੇ ਦੀ ਵਿਆਖਿਆ ਕਰਦੀ। ਉੱਥੇ ਗਰਮੀਆਂ 'ਚ ਟਾਈਮ ਬਦਲ ਜਾਂਦਾ, ਸਰਦੀਆਂ 'ਚ ਨਾਲ ਨਾਲ ਬਦਲਣ ਲੱਗ ਪੈਂਦਾ। ਇੱਥੇ ਗੁਰੂ ਜੀ ਕਹਿੰਦੇ ਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜੇ ਗੁਰੂ ਸਾਹਿਬ ਜੀ ਇਹ ਕਰਾਂਗੇ ਫਿਰ ਕੀ? ਫਿਰ ਕਹਿਣ ਲੱਗੇ ਜਿਹੜਾ ਤੈਨੂੰ ਪਹਿਲੀ ਪੌੜੀ 'ਚ ਦੱਸ ਕੇ ਆਇਆ ਨਾ ਕਿ ਸਚਿਆਰ ਹੋਣਾ, ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆਰ। ਤੂੰ ਸਚਿਆਰਤਾ ਤੱਕ ਪਹੁੰਚ ਜਾਏਗਾ ਜੇ ਅੰਮ੍ਰਿਤ ਵੇਲੇ ਇਸ ਢੰਗ ਦੇ ਨਾਲ ਉੱਠੇਗਾ। ਮੈਂ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਉਹਨਾਂ ਨੇ ਉਹੀ ਬਚਨ ਕਹੇ ਜੋ ਗੁਰੂ ਨਾਨਕ ਸਾਹਿਬ ਨੇ ਕਹੇ। ਸਮਾਪਤੀ ਤੇ ਥੋੜਾ ਜਿਹਾ ਆਪ ਟਿਕਾ ਬਖਸ਼ੋ, 2-4 ਮਿੰਟ ਲੈ ਲਾਂ ਭਾਈ ਸਾਹਿਬ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 19 ਰਾਗ ਵਰਤੇ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੀ ਇਹ 11 ਰਾਗ ਹੋਰ ਆਪਣੇ ਕੋਲੋਂ ਲਏ, ਤੇ 30 ਰਾਗਾਂ 'ਚ ਬਾਣੀ ਉਚਾਰਨ ਕਰ ਦਿੱਤੀ। ਪ੍ਰਚਾਰਕ ਵੀਰ ਭਾਵਨਾ ਵਾਲੇ ਬੈਠੇ ਆ, ਕੁਝ ਸ਼ਬਦ ਗੁਰੂ ਰਾਮਦਾਸ ਦੇ ਐਸੇ ਨੇ ਜਿਹੜੇ ਵੋਕੈਬਲਰੀ 'ਚ ਪਹਿਲਾਂ ਹੈ ਹੀ ਨਹੀਂ। ਨਵੇਂ ਨਵੇਂ ਸ਼ਬਦ ਘੜੇ ਧੰਨ ਗੁਰੂ ਰਾਮਦਾਸ ਨੇ। ਪਿਛਲੇ ਸਾਲ ਮੈਂ ਹੁਣੇ ਤੁਹਾਨੂੰ ਦੱਸਿਆ, ਮੈਂ 2 ਵਾਰੀ ਪਾਕਿਸਤਾਨ ਗਿਆ। ਲਾਹੌਰ ਜਦੋਂ ਗਏ ਤੇ ਚਲੋ ਉਹਨਾਂ ਲੋਕਾਂ ਨੇ ਬਹੁਤ ਮੁਹੱਬਤ ਕੀਤੀ, ਸੰਗਤ ਉੱਥੋਂ ਦੀ ਗੁਣ ਨਹੀਂ ਸਾਡੇ ਪੱਲੇ, ਉਹਨਾਂ ਅਸੀਸਾਂ ਦਿੱਤੀਆਂ। ਜਦੋਂ ਗੁਰੂ ਰਾਮਦਾਸ ਦੇ ਘਰ 'ਚ ਗਏ, ਬੈਠੇ ਨੇ ਮੇਰੇ ਵੀਰ, ਮੇਰੇ ਨਾਲ ਆਇਆ ਸੁਰਜੀਤ ਸਿੰਘ, ਉਹ ਸੱਜਣ ਕਹਿੰਦੇ ਆ ਵੀ ਤੁਹਾਡੇ ਵਾਸਤੇ ਹੋਟਲ ਹੈ, ਜਿੱਥੇ ਤੁਸੀਂ ਰਹਿਣਾ ਪਸੰਦ ਕਰੋ ਦੱਸੋ। ਜਦੋਂ ਮੈਂ ਅੰਦਰ ਗਲੀ 'ਚੋਂ ਲੰਘਿਆ ਨਾ, ਮੇਰੇ ਅੰਦਰੋਂ ਆਵਾਜ਼ ਆਈ, ਮਨਾ ਇੱਥੇ ਸਤਿਗੁਰੂ ਗਲੀ 'ਚ ਘੁੰਗਣੀਆਂ ਵੇਚਦੇ ਸਨ ਰੋਜ਼, ਇਹਦੇ ਬੂਹੇ ਅੱਗੇ ਰਾਤ ਸਮਾਂ। ਸੱਚ ਹੈ ਵੀ ਉੱਥੇ ਬੜਾ ਟਿਕਾ ਹੈ।
चूना मंडी। मैं 3 रातां रह के आया उत्थे, एक बारी 1 रात, 2 बारी 2। मैं सतगुरु की हजूरी च कह रहा, इमोशन कर ली। हकीकत एवे एक जी सुख नींद, रूहानी नींद शायद कभी होटलों तो सवाल ही नहीं पैदा होंदा जो गुरु रामदास जी उत्थे बख्शिश है। उत्थे खेड की वापरी, जदों सवेरे लाहौर की संगत है कुछ भी सवेरे कथा करनी है, देखो कुछ भाव सानू बनाने पैंदे आ। तुसीं मान लो इन्नी संगत है, कई बारी तुहाडे मन च परिवार विच कुछ वापरदा है ते तुसीं घरों सोच के जांदे हो मैं दसना भी किसी नूं नहीं, ते मैं सतगुरु नूं पुछांगा, ते कई बारी तुहाडे अंदर दी समस्या भाई साहब कीर्तन करदे हुंदे उत्थे हल हो जांदी। असीं कहने अज मैं चुप करा दे थोड़ा भी जो असीं सोच रहे हाँ वो कुछ कीर्तन विच मिल जाता है, जां भाई साहब तुहाडे नाल लंघदे कोई बचन कर देणगे, कोई कथा च कह देणगे, जां हुक्मनामा पढ़ लोगे। जदों असीं गए जी सवेरे भाई साहब, कई बारी मैंने गल की, भाई साहब ने सवेरे हुक्मनामा लिया तो हुक्मनामा आया जैतसरी महला 5वां, कोई जाने कवन इहाँ जगमीत, जिस होए कृपाल सोई बिद बूझै ताकि निर्मल रीत। मात पिता बनता सुत पाए बंधव इष्ट मीत अर भाई, पूर्व जन्म के मिले संजोगी अंत है को ना सही। मन च आया भी सतगुरु आए हाँ तो हुक्मनामा आए। जदों कथा कर ली हजूरी बैठा, अंदरों ही भाव बनया कि गुरु अर्जुन देव समझा रहे ने कि इस थां ते अज तू आया जिस थां ते मेरे बाप दी बांह पकड़न वाला कोई भी नहीं सी, कोई मित्र नहीं, कोई सज्जन नहीं। उत्थे कथा तो बाद जदों डेरा साहिब गए जिथे हजूर गुरु अर्जुन देव शहीद होया शाही किले दे नाल, मेरे मन च आया पहली भी आया सतगुरु दा प्रकाश उन्हां सिंघां कीता सी, रुमाल चुकिया तो हुक्मनामा आया सोई महला चौथा, कोई आन मिलावे मेरा प्रीतम प्यारा। उथे गुरु अर्जुन देव दा, इथे गुरु रामदास दा। जदों ये तुक आई तन मन काट काट सब अरपी विच अग्नि आप जलाई, उदों भाव बन गया नहीं मना गुरु रामदास कहंदे जिथे तुसी आए हो इत्थे मेरे पुत्र नाल ये कुछ वापरिया है। ये सानू भाव बनाने पैंदे आ। कोई भी सिख है, गुरु रामदास सच्चे पातशाह उन्होंने सिक्खी नूं बहुत प्रफुल्लित किया। इत्थों तक गुरमुखो इदू वड्डी कोई उदाहरण मिलेगी कि ये कहना कि रब जी जे तू मेरी अरदास सुन लै मैनू गुरसिखां दे चरनां दी धूड़ बख्श दे। गुरसिखी भाणा मन्निया, ये गुरु रामदास दियां तुकां ने ना। गुर पूरा पार लंघाए गुरसिखां की हर धूड़ दे हम पापी भी गत पाए। जन नानक धूड़ मंगै तिस गुरसिख की, गुरु रामदास जी जो आप जपै अवरह नाम जपावे। सब तो वड्डे भाग गुरसिखां के, ये भी गुरु रामदास दियां तुकां ने। सब तो वड्डे भाग गुरसिखां के जो गुर चरनी सिख पढ़ते आ। ऐसे दीन दयाल धन गुरु रामदास जिन्हां दा नाम लिया आप जाए जिथे तुसी। इत्थे मैनूं पता है इत्थों दी संगत फतेहगढ़ साहिब ज्योति स्वरूप तुसी सारे आउंदे हो। प्यारिओ दरबार साहिब जरूर जाया करो, मेरी बेनती है जाओ, इशनान जरूर करो, भांडे जरूर मांजने ने। दुनिया जो मर्जी कहे किसी की परवाह नहीं करनी, तो ये नहीं वेखने फलाने बंदे दे हथ की थाली में मांजन लगा, बस यही देखना गुरु रामदास ने मैनू पढ़ाई है। उत्थे बह के कोई समा सिमरन इबादत भी जुड़ांगे, पर जिथों मैं शुरुआत की सी शहद की मक्खी बन के जाना, घरेलू मक्खी नहीं बन के जाना। जे वो गए तो सारी रात लड़दे सरावां च निकल जानी। बंदे देखिया सारी रात लड़ते रहते, उन्हें चनों अमृत वेला हो जाता। नहीं प्यारिओ, उत्ते शहद की मक्खी की तरह मकरंद चूसन जाइए जो सतगुरु गुरु रामदास ने कह। समूह सेवादारां दा बहुत धन्नवाद, सिंह साहब जी का बहुत धन्नवाद, भाई साहब जी तुहाडा सब दा, भाई साहब भाई हरपाल सिंह जी तुहाडा भी बहुत धन्नवाद जी। हाँ जी तुहाडा भी बहुत शुक्रिया। तो अपना
ਅਨਾਉਂਸ ਕੀਤਾ ਭਾਈ ਗੁਰਦੇਵ ਸਿੰਘ ਹੁਣਾਂ ਨੇ ਪ੍ਰੋਗਰਾਮ ਦਾ। ਤੇ ਪ੍ਰੋਗਰਾਮ ਤੇ ਆਪ ਨੂੰ ਪਤਾ ਵੀ ਹਰ ਸਾਲ ਚੱਲਦਾ ਹੈ, ਤੇ ਇਸ ਵਾਰੇ ਥੋੜੀ ਜਿਹੀ ਤਬਦੀਲੀ ਹੈ, ਕਿਉਂਕਿ ਅੱਗੇ 19 ਤਰੀਕ ਨੂੰ ਇੱਥੇ ਸਮਾਪਤੀ ਹੁੰਦੀ ਸੀ ਮੇਰਾ ਖਿਆਲ, ਤੇ ਐਤਕੀ 19 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਸ਼ਹੀਦੀ ਦਿਹਾੜਾ ਹੈ। ਇਸ ਕਰਕੇ ਅਸੀਂ ਇਹ ਪ੍ਰੋਗਰਾਮ 12, 13, 14 ਤੇ 15, 12 ਨੂੰ ਚਮਕੌਰ ਸਾਹਿਬ, 13 ਨੂੰ ਮਾਛੀਵਾੜੇ ਸਾਹਿਬ, 14 ਨੂੰ ਫਤਿਹਗੜ੍ਹ ਸਾਹਿਬ ਤੇ 15 ਨੂੰ ਸੰਗਰਾਂਦ ਵਾਲੇ ਦਿਨ ਇੱਥੇ ਆਪਾਂ ਸਮਾਪਤੀ ਦਾ ਭੋਗ ਪਾਵਾਂਗੇ। ਉਸ ਤੋਂ ਉਸੇ ਪ੍ਰੋਗਰਾਮ ਦੇ ਨਾਲ ਜੋ ਭਾਈ ਸਾਹਿਬ ਨੇ ਉਲੀਕੇ ਹੋਏ ਆ, ਵਾਹਿਗੁਰੂ ਜੀ ਰੱਬ ਦਾ ਵਾਸਤਾ ਹੈ, ਇਹ ਦੋ ਕੋਈ ਪ੍ਰੋਗਰਾਮ ਨਹੀਂ, ਇੱਕੋ ਹੀ ਹੈ। ਆਪਾਂ ਸਾਹਿਬਜ਼ਾਦਿਆਂ ਦੀਆਂ ਸਿਫਤਾਂ ਕਰਨੀਆਂ ਨੇ। ਇਹ ਸਮਝ ਲਓ ਵੀ 12 ਤੋਂ ਲੈ ਕੇ 28 ਤੱਕ ਇਹ ਸਾਰੇ ਪ੍ਰੋਗਰਾਮ ਚੱਲਣੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਆਇਓ, ਤੇ ਜੋ ਹਰ ਸਾਲ ਭੇਟਾ ਲੈ ਕੇ ਆਉਂਦੇ ਹੋ ਸਹਿਜ ਪਾਠ ਦੀ, ਸਾਰੇ ਸਹਿਜ ਪਾਠ ਕੋ। ਮੈਂ ਇਤਕੀ ਇੱਕ ਹੋਰ ਵੀ ਬੇਨਤੀ ਕੀਤੀ, ਮੰਨ ਲਓ ਅਸੀਂ ਘਰ ਦੇ ਵਿੱਚ 5-6 ਜੀ ਆ ਨਾ ਜੀ, 5-6 ਜੀ ਇਕੱਠੀ ਪਾਠ ਕਰ ਲਓ। ਸਾਹਿਬਜ਼ਾਦਿਆਂ ਦਾ ਪਾਠ ਰੱਖ ਲਿਆ, ਸਾਰੇ ਵਾਰੀ ਆਪਣੇ ਡਿਊਟੀ ਲਾਈ ਗਏ, ਸਾਰੇ ਪਰਿਵਾਰ ਦੀ ਹਾਜ਼ਰੀ ਲੱਗ ਜਾਂਦੀ ਹੈ। ਅੰਮ੍ਰਿਤਧਾਰੀ ਹੋਈਏ, ਰਹਿਤ ਵਿੱਚ ਪਰਪੱਕ ਰਹੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੱਤ ਟੱਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। बोले